ਵਿਰਾਸਤ ਵੇਚੀ ਜਾਂ ਖਰੀਦੀ ਨਹੀਂ ਜਾ ਸਕਦੀ ਕਿਸੇ ਵੀ ਰੂਪ 'ਚ। ਇੱਕ ਜ਼ਮਾਨੇ 'ਚ ਸਿਆਣੇ ਲੋਕਾਂ ਨੇ ਕਦੇ ਦੇਖੋ ਤੁਸੀਂ ਸਦੀਆਂ ਪਹਿਲਾਂ ਉਹਨਾਂ ਨੂੰ ਅਸੀਂ ਅਨਪੜ੍ਹ ਕਹਿੰਦੇ ਹਾਂ, ਉਹਨਾਂ ਦੇ ਦਿਮਾਗਾਂ ਦੇ ਵਿੱਚ ਕਿੰਨੀ ਵਿਜ਼ਡਮ ਹੋਏਗੀ ਕਿ ਨਹੀਂ ਕੋਈ ਚੀਜ਼ ਸਾਂਝੀ ਵੀ ਰੱਖਣੀ ਜ਼ਰੂਰੀ ਹੈ। ਹੋ ਸਕਦਾ ਸਾਲਾਂ ਤੱਕ ਕਿਹੜੇ ਚੀਜ਼ ਦੀ ਲੋੜ ਪੈ ਜੇ, ਉਹਨਾਂ ਨੂੰ ਕੋਈ ਸਕੂਲ ਬਣਾਉਣ ਦੀ ਲੋੜ ਪੈ ਜੇ, ਉਹਨਾਂ ਨੂੰ ਕੋਈ ਹਸਪਤਾਲ ਬਣਾਉਣ ਦੀ ਲੋੜ ਪੈ ਜੇ, ਉਹਨਾਂ ਨੂੰ ਕੋਈ ਹੋਰ ਚੀਜ਼ਾਂ ਦੀ ਲੋੜ ਪੈ ਜੇ। ਤੁਹਾਡੇ ਯਾਦ ਹੋਏਗਾ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਰਾਜੀਵ ਗਾਂਧੀ ਦਾ ਇੱਕ ਬਿਆਨ ਆਇਆ ਸੀ ਕਿ ਇੱਥੋਂ 1 ਰੁਪਈਆ ਚੱਲਦਾ ਦਿੱਲੀ ਤੋਂ, ਰਸਤੇ 'ਚ 85 ਪੈਸੇ ਖਾਧੇ ਜਾਂਦੇ ਨੇ, 15 ਪੈਸੇ ਪਿੰਡ ਤੱਕ ਪਹੁੰਚਦੇ ਨੇ। ਜੇਕਰ ਸਰਪੰਚ ਦਸੰਬਰ ਅਤੇ ਜੂਨ ਦੇ ਮਹੀਨੇ 'ਚ 2 ਇਜਲਾਸ ਬਣਾਉਣੇ ਲਾਜ਼ਮੀ ਨੇ, ਜੇ ਉਹ 2 ਇਜਲਾਸ ਨਹੀਂ ਬਣਾਉਂਦਾ ਤਾਂ ਦੂਜੇ ਮਹੀਨੇ ਦੀ ਆਖਰੀ ਤਰੀਕ ਨੂੰ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ। ਇਹ ਗੱਲ ਲੋਕਾਂ ਨੂੰ ਅਚੰਭੇ ਵਾਲੀ ਲੱਗਦੀ ਹੈ ਵੀ ਨਾ ਕਦੇ ਇਜਲਾਸ ਦੇਖਿਆ ਨਾ ਸਰਪੰਚ ਸਸਪੈਂਡ ਹੁੰਦੇ। BDPO ਤੋਂ ਲੈ ਕੇ ਪੰਚਾਇਤ ਸੈਕਟਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਤੇ ਮੰਤਰੀ ਤੱਕ, ਮੁੱਖ ਮੰਤਰੀ ਤੱਕ ਸਾਰੇ ਕਹਿੰਦੇ ਨੇ ਵੀ ਜੇ ਇਹ ਪੰਗੇ 'ਚ ਪੈ ਗਏ, ਲੋਕਾਂ ਦੀ ਸੰਗਤ ਜੋੜਨ ਲੱਗ ਗਈ, ਸੰਗਤ ਬੈਠ ਕੇ ਫੈਸਲਾ ਕਰਨ ਲੱਗ ਗਈ, ਤਾਂ ਨਾ ਪੈਸਾ ਖਾਧਾ ਜਾਣਾ, ਹਰ ਗੱਲ ਦਾ ਜਵਾਬ ਦੇਣਾ ਪਊਗਾ। ਪੰਜਾਬ ਜਿਹੜਾ ਸੂਬਾ ਹੈ ਇਹ ਪੰਚਾਇਤਾਂ ਨੂੰ, ਪੰਚਾਇਤੀ ਰਾਜ ਸੰਸਥਾਵਾਂ ਨੂੰ ਅਧਿਕਾਰ ਦੇਣ ਦੇ ਮਾਮਲੇ 'ਚ 18ਵੇਂ ਨੰਬਰ। ਅਸੀਂ ਟਰਾਂਸਫਰ ਕੀਤੇ ਹੀ ਨਹੀਂ, ਪੈਸਾ ਤਾਂ ਦੇਣਾ ਹੀ ਨਹੀਂ ਚਾਹੁੰਦੇ। ਔਰ ਜਦੋਂ ਤੁਸੀਂ ਪੈਸਾ ਨਹੀਂ ਦਿਓਗੇ ਤਾਂ ਉਹ ਚੱਲਣਾ ਕਿਵੇਂ? ਸ਼ਾਸਨ ਤਾਂ ਪੈਸੇ ਨਾਲ ਚੱਲਣਾ ਨਾ। ਸਤਿ ਸ਼੍ਰੀ ਅਕਾਲ ਜੀ। TV ਪੰਜਾਬ ਲਈ ਮੈਂ ਦਵਿੰਦਰ ਕੌਰ। 24 ਅਪ੍ਰੈਲ ਨੂੰ ਪੰਚਾਇਤ ਦਿਵਸ ਮਨਾਇਆ ਜਾਂਦਾ ਹੈ। ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਸੰਬੰਧੀ ਇਸ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ 1993 ਵਿੱਚ ਜਾਰੀ ਹੋਇਆ ਸੀ ਅਤੇ ਪੰਚਾਇਤਾਂ ਨੂੰ ਸੰਵਿਧਾਨਿਕ ਬਾਡੀਆਂ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਜਾਣੇ ਸਨ। ਪਿੰਡ ਲੈਵਲ 'ਤੇ ਪੰਚਾਇਤ ਕਿਸੇ ਪਿੰਡ ਦੀ ਸ਼ਾਸਨ ਪ੍ਰਬੰਧ ਦੀ ਸਭ ਤੋਂ ਇੱਕ ਛੋਟੀ ਅਤੇ ਲੋਕਾਂ ਨਾਲ ਜੁੜੀ ਹੋਈ ਇਕਾਈ ਹੁੰਦੀ ਹੈ। ਇਸ ਸਿਲਸਿਲੇ ਵਿੱਚ ਵਿਸਥਾਰ ਵਿੱਚ ਗੱਲਬਾਤ ਕਰਨ ਲਈ ਅਤੇ ਪੂਰੇ ਭਾਰਤ ਵਿੱਚ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਮਾਮਲਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਲਈ ਅਤੇ ਪੰਜਾਬ ਵਿੱਚ ਪੰਚਾਇਤਾਂ ਦੀ ਕਾਰਗੁਜ਼ਾਰੀ ਅਤੇ ਸਰਕਾਰ ਵੱਲੋਂ ਇਹਨਾਂ ਨੂੰ ਦਿੱਤੇ ਜਾ ਰਹੇ ਹੱਕਾਂ ਬਾਰੇ, ਜਾਂ ਅਸਲ ਵਿੱਚ ਹੱਕਾਂ ਦੇ ਨਾਂ 'ਤੇ ਕੁਝ ਵੀ ਨਹੀਂ ਦਿੱਤਾ ਜਾ ਰਿਹਾ, ਉਹਨੂੰ ਸਗੋਂ ਪਹਿਲੇ ਅਧਿਕਾਰ ਵੀ ਖੋਹੇ ਜਾ ਰਹੇ ਹਨ, ਕਾਗਜ਼ਾਂ ਵਿੱਚ ਹੀ ਹਨ ਜੋ ਵੀ ਅਧਿਕਾਰ ਹਨ। ਅਤੇ ਉਸ ਬਾਰੇ ਅਸੀਂ ਸਾਰੀ ਗੱਲਬਾਤ ਲਈ ਸੀਨੀਅਰ ਪੱਤਰਕਾਰ ਅਤੇ ਵਿਸ਼ਲੇਸ਼ਣਕਾਰ ਹਮੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ। ਹਮੀਰ ਸਿੰਘ ਜੀ, TV ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਮੀਰ ਸਿੰਘ ਜੀ, ਪੰਚਾਇਤ ਦਿਵਸ 24 ਅਪ੍ਰੈਲ ਨੂੰ ਹੈ ਅਤੇ ਉਸ ਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸਾਡੇ TV ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਥੋੜ੍ਹੀ ਜਿਹੀ ਵੱਧ ਜਾਣਕਾਰੀ ਤੁਸੀਂ ਵਿਸਥਾਰ 'ਚ ਦਿਓ ਕਿ 1993 ਵਿੱਚ ਇਸ ਨੋਟੀਫਿਕੇਸ਼ਨ ਵਿੱਚ ਕੀ ਅਧਿਕਾਰ ਸ਼ਾਮਲ ਕੀਤੇ ਗਏ ਸਨ ਅਤੇ ਅਸਲ ਵਿੱਚ ਤਾਂ ਉਹ ਅਧਿਕਾਰ ਹੈ ਨਹੀਂ, ਅਤੇ ਉਹ ਕਿਉਂ ਸਥਿਤੀ ਇਹੋ ਜਿਹੀ ਬਣੀ ਹੋਈ ਹੈ? ਅਸਲ ਦੇ ਵਿੱਚ ਪਹਿਲਾਂ ਤਾਂ ਸ਼ੁਰੂਆਤੀ ਤੌਰ ਤੇ ਤਾਂ ਪੰਚਾਇਤਾਂ ਵੈਸੇ ਹੀ ਇੱਕ, ਜਿਵੇਂ ਆਪਾਂ ਕਹਿੰਦੇ ਹਾਂ ਪੰਚਾਇਤ 'ਚ ਪਰਮੇਸ਼ਰ ਹੁੰਦਾ ਹੈ, ਸੁਭਾਵਿਕ ਤਰੀਕੇ ਦਾ ਇੱਕ ਸਮਾਜਿਕ ਇਕੱਠ ਸੀ ਜੀ। ਪਰ ਇਹ ਚੱਲਦੇ ਜਦੋਂ ਸੰਵਿਧਾਨ ਲਾਗੂ ਹੋਇਆ ਉਦੋਂ ਵੀ ਉਹਨਾਂ ਨੂੰ ਕੋਈ ਸੰਵਿਧਾਨਕ ਹੱਕ ਨਹੀਂ ਸੀ। ਫਿਰ 24 ਅਪ੍ਰੈਲ 1993 ਨੂੰ ਇੱਕ ਜਿਹੜਾ ਨੋਟੀਫਿਕੇਸ਼ਨ ਹੁੰਦਾ, 73ਵੀਂ ਸੰਵਿਧਾਨਕ ਸੋਧ ਹੈ ਉਹ ਜੀ। 73ਵੀਂ ਸੰਵਿਧਾਨਕ ਸੋਧ ਵਿੱਚ ਇਹਨਾਂ ਨੂੰ ਬਾਕਾਇਦਗੀ ਦਾ ਨਾਲ ਇੱਕ ਰਾਜ ਦੇ ਸਿਸਟਮ ਦਾ ਹਿੱਸਾ ਬਣਾਇਆ ਜਾਂਦਾ ਹੈ ਕਿ ਤੁਸੀਂ ਵੀ ਇੱਕ ਅੰਗ ਹੋ ਇਸ ਪੂਰੇ ਰਾਜਤੰਤਰ ਦਾ, ਤੁਹਾਨੂੰ ਉਹ ਸ਼ਕਤੀਆਂ ਹੋਣਗੀਆਂ, ਤਾਕਤਾਂ ਦਿੱਤੀਆਂ ਜਾਣਗੀਆਂ, ਬਾਕਾਇਦਾ ਫੰਡ ਦਿੱਤੇ ਜਾਣਗੇ, ਸਾਰਾ ਕੁਛ। ਇਹਦੇ 4-5 ਗੱਲਾਂ ਨਵੀਆਂ ਹੋਈਆਂ ਜਿਹੜੀਆਂ ਪਹਿਲਾਂ ਬਿਲਕੁਲ ਨਹੀਂ ਸੀ। ਇੱਕ ਤਾਂ ਇਹੀ ਹੈ ਕਿ ਸੰਵਿਧਾਨਕ ਬਾਡੀ ਬਣ ਗਈ ਜੀ। ਦੂਜੀ ਇਹ ਹੈ ਕਿ ਇਹਦੇ 'ਚ 50% ਔਰਤਾਂ ਦੀ ਰਿਜ਼ਰਵੇਸ਼ਨ ਹੋਈ ਜੀ, ਕਿ 50% ਬੀਬੀਆਂ ਜਿਹੜੀਆਂ ਨੇ ਉਹ ਪੰਚ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰ ਔਰ ਚੇਅਰਮੈਨ ਹੋਣਗੀਆਂ ਜੀ ਜੀ। ਅਤੇ ਅਗਲੀ ਇੱਕ ਗੱਲ ਹੋ ਰਹੀ ਕਿ ਪਹਿਲਾਂ ਅੱਗੇ ਹੁੰਦਾ ਸੀ ਵੀ 20-20 ਸਾਲ ਵੀ, ਕਈ ਵਾਰ 15-15 ਸਾਲ ਪੰਚਾਇਤਾਂ ਦੀਆਂ ਚੋਣਾਂ ਹੀ ਨਹੀਂ ਕਰਾਉਂਦੀ ਸੀ ਸਰਕਾਰ, ਜਿਹਦੇ ਜਦ ਫਿੱਟ ਆ ਗਿਆ ਠੀਕ ਹੈ, ਨਹੀਂ ਤਾਂ ਨਾ ਵੀ ਸਹੀ। ਇਹਨੇ ਗਰੰਟੀ ਕਰਤੀ ਕਿ ਹਰ 5 ਸਾਲ ਬਾਅਦ ਚੋਣਾਂ ਹੋਣੀਆਂ ਨੇ ਜੀ ਜੀ। ਅਤੇ ਇਹਦੇ 'ਚ ਕੁਝ ਨਵੀਆਂ ਚੀਜ਼ਾਂ ਇਹ ਕੀਤੀਆਂ ਕਿ ਜਿਹੜਾ ਪੇਂਡੂ, ਜਿਹੜਾ ਇਹ ਇਸ ਕਾਰਨ ਨਾਲ ਚੱਲਿਆ ਕਿ ਤਾਕਤਾਂ ਦਾ ਜਿਹੜਾ ਕੇਂਦਰੀਕਰਨ ਹੈ, ਕਿ ਦਿੱਲੀ ਦੇ ਵਿੱਚ ਬੈਠ ਕੇ ਅਤੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਜਾਂ ਹੋਰਾਂ ਰਾਜਧਾਨੀਆਂ 'ਚ ਬੈਠ ਕੇ ਜਿਹੜੀ ਇੰਪਲੀਮੈਂਟੇਸ਼ਨ ਹੈ, ਜਿਹੜੀ ਲਾਗੂ ਕਰਨ ਦੀ ਗੱਲ ਹੈ, ਉਹ ਨਹੀਂ ਪ੍ਰੋਪਰ ਤਰੀਕੇ ਨਾਲ ਹੋ ਸਕਦੀ। ਤੁਹਾਡੇ ਯਾਦ ਹੋਏਗਾ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਰਾਜੀਵ ਗਾਂਧੀ ਦਾ ਇੱਕ ਬਿਆਨ ਆਇਆ ਸੀ ਕਿ ਇੱਥੋਂ 1 ਰੁਪਈਆ ਚੱਲਦਾ ਦਿੱਲੀ ਤੋਂ, ਰਸਤੇ 'ਚ 85 ਪੈਸੇ ਖਾਧੇ ਜਾਂਦੇ ਨੇ, 15 ਪੈਸੇ ਪਿੰਡ ਤੱਕ ਪਹੁੰਚਦੇ ਨੇ। ਇਹ ਅੱਜ ਕੱਲ੍ਹ ਵਾਰ-ਵਾਰ ਇਹ ਕੋਟ ਹੋ ਰਹੀ ਹੈ ਇਹ ਗੱਲ ਕਿ ਪਿੰਡ ਤੱਕ ਸਿਰਫ 15 ਪੈਸੇ ਹੀ ਪਹੁੰਚਦੇ ਹਨ। 15 ਤੋਂ ਵੀ ਘੱਟ ਪਹੁੰਚਣ ਲੱਗੇ ਹੁਣ, ਬਿਲਕੁਲ ਜ਼ਮਾਨੇ ਦੀ ਗੱਲ ਹੈ ਜਦ ਉਹਨੇ ਰਾਜੀਵ ਗਾਂਧੀ ਨੇ ਕਿਹਾ।
ਤੇ ਇਹਦਾ ਮਤਲਬ ਫਿਰ ਇਹੀ ਸੀ ਕਿ ਕਿਉਂ ਨਾ ਪੈਸਾ ਹੇਠਾਂ ਤੱਕ ਦੇ ਦਿੱਤਾ ਜਾਏ, ਹੇਠਾਂ ਹੀ ਉਹ ਇੰਪਲੀਮੈਂਟ ਹੋਏ, ਅਲੱਗ ਹੋਏ। ਇਹਦੇ 'ਚ ਜਿਹੜੇ ਪਿੰਡਾਂ ਦੇ ਜੀਵਨ ਜਾਂਚ ਨਾਲ ਸੰਬੰਧਿਤ 29 ਵਿਭਾਗ ਨੇ, ਉਹਦੇ 'ਚ ਖੇਤੀਬਾੜੀ ਤੋਂ ਲੈ ਕੇ ਪਸ਼ੂ ਪਾਲਣ ਤੋਂ ਲੈ ਕੇ ਵਿੱਦਿਆ ਤੋਂ ਲੈ ਕੇ ਸਿਹਤ ਤੋਂ ਲੈ ਕੇ ਵਾਟਰ ਪਾਣੀ ਦੇ ਸੰਭਾਲ ਤੋਂ ਲੈ ਕੇ ਜਿੰਨੇ ਵੀ ਟੋਟਲ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ, ਉਹ ਸਾਰਿਆਂ ਦੇ 3 ਮਹੱਤਵਪੂਰਨ ਚੀਜ਼ਾਂ, ਉਹਦੇ ਕੰਮ, ਉਹਦੇ ਕਰਮਚਾਰੀ ਤੇ ਉਹਦੇ ਬਾਰੇ ਲੋੜੀਂਦਾ ਜਿਹੜਾ ਪੈਸਾ ਹੈ ਤੇ ਫਾਈਨਾਂਸ ਹੈ ਜਾਂ ਬਜਟ ਹੈ, ਇਹ ਇਹਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤਾ ਜਾਏਗਾ, ਜਿਨ੍ਹਾਂ ਨੂੰ 3F ਕਹਿੰਦੇ। ਹਾਂ 3F ਦਾ ਮਤਲਬ ਉਹੀ ਹੈ, ਫਾਈਨਾਂਸ ਹੈ, ਫੰਕਸ਼ਨਰੀ ਹੈ, ਜਿਹੜਾ ਵੀ ਸਾਰਾ ਫੰਕਸ਼ਨ ਨੇ। ਤੇ ਉਹ ਸਾਰੇ ਮਾਮਲੇ ਦੇ ਵਿੱਚ ਫਿਰ ਇਹ ਹੋਇਆ ਕਿ ਇੱਕ ਮਾਡਲ ਐਕਟ ਬਣ ਗਿਆ, ਤੇ ਉਸ ਮਾਡਲ ਐਕਟ ਉਸ ਸੰਵਿਧਾਨਕ ਸੋਧ ਦੇ, ਕਿਉਂਕਿ ਪੰਚਾਇਤੀ ਰਾਜ ਸੈਟਅਪ ਇੱਕ ਸਟੇਟ ਸਬਜੈਕਟ ਹੈ, ਸਾਰੀਆਂ ਰਾਜਾਂ ਨੇ ਆਪਣੇ ਆਪਣੇ ਕਾਨੂੰਨ ਬਣਾਏ। ਪੰਜਾਬ ਪੰਚਾਇਤੀ ਰਾਜ ਕਾਨੂੰਨ 1994 ਚ ਬਣਿਆ, ਉਸੇ ਦੇ ਤਹਿਤ ਲਗਾਤਾਰ। ਔਰ ਉਹਦੇ 'ਚ ਵੀ ਇੱਕ ਹੋਰ ਬਹੁਤ ਵੱਡੀ ਸੰਸਥਾ ਜਿਹਨੂੰ ਮਾਨਤਾ ਮਿਲੀ ਸੰਵਿਧਾਨਕ ਤੌਰ ਤੇ, ਜਿਹਨੂੰ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ, ਉਹ ਹੈ ਪਿੰਡ ਦੀ ਗ੍ਰਾਮ ਸਭਾ। ਪੰਚਾਇਤੀ ਰਾਜ ਤਾਂ ਚੁਣਿਆ ਹੋਇਆ, ਉਹ ਕਿਤੇ ਚੁਣੀ ਨਹੀਂ ਜਾਣੀ। ਪਿੰਡ ਦਾ ਹਰ ਬੰਦਾ, ਜਿਹੜੀ 18 ਸਾਲ ਦੇ ਦੀ ਵੋਟ ਬਣੀ ਹੋਈ ਹੈ, ਉਹ ਮੁੰਡਾ ਹੈ ਕੁੜੀ ਹੈ, ਜੋ ਕੋਈ ਜਾਤ ਹੈ, ਕੋਈ ਧਰਮ ਹੈ, ਕੋਈ ਫਰਕ ਨਹੀਂ ਹੈ, ਉਹ ਸਾਰੇ ਗ੍ਰਾਮ ਸਭਾ ਦੇ ਪੱਕੇ ਮੈਂਬਰ ਨੇ। ਔਰ ਗ੍ਰਾਮ ਸਭਾ ਇੱਕ ਐਸੀ ਸੰਸਥਾ ਹੈ ਕਿ ਜੇਕਰ ਸਰਪੰਚ ਦਸੰਬਰ ਅਤੇ ਜੂਨ ਦੇ ਮਹੀਨੇ 'ਚ 2 ਇਜਲਾਸ ਬਣਾਉਣੇ ਲਾਜ਼ਮੀ ਨੇ, ਜੇ ਉਹ 2 ਇਜਲਾਸ ਨਹੀਂ ਬਣਾਉਂਦਾ ਤਾਂ ਦੂਜੇ ਮਹੀਨੇ ਦੀ ਆਖਰੀ ਤਰੀਕ ਨੂੰ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ। ਇਹ ਗੱਲ ਲੋਕਾਂ ਨੂੰ ਅਚੰਭੇ ਵਾਲੀ ਲੱਗਦੀ ਹੈ ਵੀ ਨਾ ਕਦੇ ਇਜਲਾਸ ਦੇਖਿਆ, ਨਾ ਸਰਪੰਚ ਸਸਪੈਂਡ ਹੁੰਦਾ। ਪਰ ਹਾਂ, ਇਹੋ ਹੀ ਗੱਲ ਨਾ ਕਿ ਗ੍ਰਾਮ ਸਭਾਵਾਂ ਦੇ ਇਜਲਾਸ ਨਹੀਂ ਹੋ ਰਹੇ, ਉਹ ਗੱਲ ਨਹੀਂ ਹੋ ਰਹੀ, ਇਹਦੇ ਕੀ ਕਾਰਨ ਨੇ? ਉਹਦੇ 'ਚ ਜਿਹੜਾ ਕਾਰਨ ਹੈ, ਜਿਵੇਂ ਨਾਰਮਲੀ ਇੱਕ ਆਪਣੇ ਪੰਜਾਬੀ 'ਚ ਮੁਹਾਵਰਾ ਹੈ ਕਿ ਕੁੱਤੀ ਚੋਰ ਨਾਲ ਜੇਕਰ ਮਿਲ ਜੇ ਤਾਂ ਰਾਖੀ ਕੌਣ ਕਰੇਗਾ। ਤੇ ਹੁਣ ਇਹ ਪੰਚਾਇਤ ਜੇਕਰ ਨਹੀਂ ਕਰਦੀ, ਮਤਲਬ ਇਜਲਾਸ ਬੁਲਾਉਂਦਾ ਸਰਪੰਚ, ਤਾਂ BDPO ਦੀ ਜ਼ਿੰਮੇਵਾਰੀ ਹੈ ਕਿ ਉਸੇ ਸ਼ਾਮ ਉਹ DDPO ਨੂੰ, ਡਿਪਟੀ ਡਾਇਰੈਕਟਰ ਤੱਕ ਮੈਸੇਜ ਦਿੰਦਾ ਹੈ ਕਿ ਇਸ ਪਿੰਡ ਦੇ ਸਰਪੰਚ ਨੇ ਇਜਲਾਸ ਨਹੀਂ ਬੁਲਾਇਆ, ਬਸ ਉਹ ਸੂਚਨਾ ਦੇਣੀ ਹੈ ਉਹਨੇ। ਕਾਨੂੰਨ 'ਚ ਆਪਣੇ ਆਪ ਹੀ ਮਤਲਬ ਸਸਪੈਂਡ ਹੋ ਜਾਂਦਾ ਹੈ। ਪਰ ਸਵਾਲ ਕੇਵਲ ਇਹ ਹੈ, ਹੁਣ ਕੋਈ BDPO ਇਹ ਦਿੰਦਾ ਹੀ ਨਹੀਂ ਸੂਚਨਾ, ਕਿਉਂਕਿ BDPO ਤੋਂ ਲੈ ਕੇ ਪੰਚਾਇਤ ਸੈਕਟਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਤੇ ਮੰਤਰੀ ਤੱਕ, ਮੁੱਖ ਮੰਤਰੀ ਤੱਕ, ਸਾਰੇ ਇਹ ਕਹਿੰਦੇ ਨੇ ਵੀ ਜੇ ਇਹ ਪੰਗੇ 'ਚ ਪੈ ਗਏ, ਲੋਕਾਂ ਦੀ ਸੰਗਤ ਜੋੜਨ ਲੱਗ ਗਈ, ਸੰਗਤ ਬੈਠ ਕੇ ਫੈਸਲਾ ਕਰਨ ਲੱਗ ਗਈ, ਤਾਂ ਨਾ ਪੈਸਾ ਖਾਧਾ ਜਾਣਾ, ਹਰ ਗੱਲ ਦਾ ਜਵਾਬ ਦੇਣਾ ਪਊਗਾ। ਜਵਾਬਦੇਹੀ ਸਾਨੂੰ ਵੀ ਉਹ ਖਿੱਚਣਗੇ ਉਸੇ ਪੱਧਰ ਦੇ ਉੱਤੇ। ਔਰ ਗ੍ਰਾਮ ਸਭਾ ਦੀ ਇਹ ਤਾਕਤ ਹੈ ਕਿ ਜਿਹੜਾ ਮਤਾ ਗ੍ਰਾਮ ਸਭਾ ਦੇ ਵਿੱਚ ਪੈ ਜਾਂਦਾ ਹੈ, ਉਹਨੂੰ ਰੱਦ ਕਰਨ ਦਾ ਅਧਿਕਾਰ ਕਿਸੇ BDO, ਕਿਸੇ ਸੈਕਟਰੀ, ਕਿਸੇ ਚੀਫ ਸੈਕਟਰੀ, ਕਿਸੇ ਨੂੰ ਨਹੀਂ ਹੈ। ਇਹ ਉਹਦੀ ਤਾਕਤ ਹੈ। ਪਰ ਨਾ ਤਾਂ ਸਾਡੇ ਪੰਚਾਇਤੀ ਰਾਜ ਦੇ ਜਿਹੜੇ ਨੁਮਾਇੰਦੇ ਚੁਣੇ ਗਏ ਨੇ, ਪੰਜਾਬ ਦੀ ਤਾਂ ਇਹ ਖਾਸ ਤੌਰ ਤੇ ਤਰਾਸਦੀ ਹੈ, ਪੰਜਾਬ ਦੇ ਵਿੱਚ 1 ਲੱਖ ਨੁਮਾਇੰਦਾ ਚੁਣਿਆ ਜਾਂਦਾ, ਲਗਭਗ 12,278 ਸਰਪੰਚ, ਜਿੰਨੇ ਨਾ 80,000 ਤੋਂ ਵੱਧ ਪੰਚ, 2300 ਤੇ ਲਗਭਗ ਜਿਹੜੇ ਚੁਣੇ ਜਾਂਦੇ ਨੇ ਉਹ ਬਲਾਕ ਸੰਮਤੀ ਤੇ ਬਲਾਕ ਉਹਦੇ ਮੈਂਬਰ, ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਚੇਅਰਮੈਨ, ਇਹ ਲਗਭਗ ਲੱਖ ਦੇ ਨੇੜੇ ਬਣਦਾ। ਔਰ ਉਹ 1 ਲੱਖ ਨੁਮਾਇੰਦਾ ਇੰਨੇ ਵਾਰ ਪੰਚਾਇਤੀ ਚੋਣਾਂ ਹੋ ਗਏ, ਉਹ ਆਪਦੇ ਹੱਕ ਲਈ ਕਦੇ ਨਹੀਂ ਲੜਿਆ, ਤੇ ਉਹ ਆਪਦੇ ਹੱਕ ਲਈ ਐਡੀ ਵੱਡੀ ਮੂਵਮੈਂਟ ਨਹੀਂ ਬਣਾ ਸਕਿਆ ਕਿ ਮੇਰਾ ਇਹ ਹੱਕ ਕਿਉਂ ਨਹੀਂ, ਮੈਨੂੰ 29 ਡਿਪਾਰਟਮੈਂਟ ਕਿੱਧਰ ਗਏ, ਮੇਰਾ ਹੱਕ ਕਿੱਧਰ ਗਿਆ। ਸਾਡੇ ਪਾਰਟੀ ਪੋਲੀਟਿਕਸ 'ਚ ਇੰਨੀ ਭਾਰੂ ਹੋ ਗਈ ਹੈ ਪਿੰਡਾਂ ਦੇ ਵਿੱਚ ਕਿ ਸਰਪੰਚਾਂ ਨੂੰ ਕੇਵਲ ਤੁਸੀਂ ਹਲਕਾ ਇੰਚਾਰਜਾਂ ਦੇ, BDO ਦੇ, ਬਾਕੀ ਦੇ ਕਿਸੇ ਦੇ, ਮਤਲਬ ਨਾਰਮਲੀ ਕਰਿੰਦੇ ਦੇ ਤੌਰ ਤੇ ਅਸੀਂ ਉਹਨੂੰ ਵਰਤ ਰਹੇ ਹਾਂ, ਨਾ ਕਿ ਉਹਨੂੰ ਚੁਣੇ ਨੁਮਾਇੰਦੇ ਦੇ ਤੌਰ ਤੇ, ਪਿੰਡ ਦੇ ਮੁੱਖ ਮੰਤਰੀ ਦੇ ਤੌਰ ਤੇ। ਸਰਪੰਚ ਪਿੰਡ ਦਾ ਮੁੱਖ ਮੰਤਰੀ ਹੈ, ਜਿਹੜੇ ਪੰਚ ਨੇ ਉਹ ਪਿੰਡ ਦੇ ਵਜ਼ੀਰ ਨੇ, ਉਸ ਪੱਧਰ ਦੇ ਐਗਜੈਕਟਿਵ ਹੈ। ਇਹ ਗ੍ਰਾਮ ਸਭਾ ਪਿੰਡ ਦੀ ਵਿਧਾਨ ਪਾਲਕ ਹੈ, ਐਗਜੈਕਟਿਵ ਹੈ ਇੱਕ ਤਰ੍ਹਾਂ ਦੀ, ਮਤਲਬ ਉਹ ਜਿਹੜੇ ਜਿੰਨੇ ਵੀ ਸਕੀਮਾਂ ਆਉਂਦੀਆਂ ਨੇ ਸਾਡੇ ਕੋਲ, ਚਾਹੇ ਉਹ ਕੇਂਦਰ ਦੀਆਂ ਸਕੀਮਾਂ ਹੋਣ, ਖਾਸ ਤੌਰ ਤੇ ਮਨਰੇਗਾ ਦਾ ਤਾਂ ਲੇਬਰ ਬਜਟ ਹੀ ਗ੍ਰਾਮ ਸਭਾ ਨੇ ਪਾਸ ਕਰਕੇ ਭੇਜਣਾ। ਜੇ ਲੇਬਰ ਬਜਟ ਪਾਸ ਕਰਕੇ ਨਾ ਭੇਜਿਆ ਤਾਂ ਤੁਹਾਡੇ ਕੋਲ ਪੈਸੇ ਦੀ ਪ੍ਰੋਬਲਮ ਆਏਗੀ। ਜੇ ਗ੍ਰਾਮ ਸਭਾ ਹੀ ਨਹੀਂ ਹੁੰਦੀ, ਉਹ ਸਾਰੀਆਂ ਹੁੰਦੀਆਂ ਨੇ ਕਾਗਜ਼ਾਂ 'ਚ ਹੁੰਦੀਆਂ ਨੇ, ਕਾਗਜ਼ਾਂ 'ਚ ਇਸ ਤਰ੍ਹਾਂ ਹੁੰਦੀਆਂ ਨੇ ਕਿ ਜਿਹੜੇ ਦਿਨ 10 ਬੰਦਿਆਂ ਤੋਂ ਘਰ ਤੇ ਅੰਗੂਠੇ ਲਵਾ ਲੈਂਦੇ ਨੇ, ਤੇ ਜਦੋਂ ਪੈਨਸ਼ਨ ਪੁਨਸ਼ਨ ਵੰਡਣੀ ਹੁੰਦੀ ਆ, ਉਤੋਂ ਮਾਈਆਂ ਨੂੰ, ਬਜ਼ੁਰਗਾਂ ਨੂੰ ਕਹਿੰਦੇ ਨੇ ਇੱਕ ਅੰਗੂਠਾ ਹੋਰ ਲਾ ਦਿਓ। ਉਹਨਾਂ ਨੂੰ ਗ੍ਰਾਮ ਸਭਾ 'ਚ ਇੱਕ ਪਿਛਲੇ ਸਾਲ ਦਾ ਕੇਸ ਆਇਆ ਫਾਜ਼ਿਲਕਾ ਦਾ ਕੇਸ, ਇਹ ਗਿਆ ਹੈ ਗੌਰਮੈਂਟ ਕੋਲ ਵੀ ਗਿਆ, ਰੌਲਾ ਵੀ ਪਿਆ। ਜਿਹੜੀ ਆਂਗਣਵਾੜੀ ਬੀਬੀ ਨੂੰ, ਕਿਉਂਕਿ ਸਰਕਾਰੀ ਮੁਲਾਜ਼ਮਾਂ ਦਾ ਉਹ ਗ੍ਰਾਮ ਸਭਾ 'ਚ ਸੱਦਿਆ ਗਿਆ ਹੋਵੇ, ਜਾਣਾ ਜ਼ਰੂਰੀ ਹੈ, ਜਿਹਦੀ ਹਾਜ਼ਰੀ ਯਕੀਨੀ ਬਣਾਈ ਹੈ, ਉਹਨੂੰ 3 ਸਾਲ ਹੋ ਗਏ ਮਰੀ ਨੂੰ, ਅੰਗੂਠਾ ਉਹਦਾ ਦਿਖਾਇਆ ਜਾ ਰਿਹਾ, ਮਤਲਬ ਦਸਤਖਤ ਉਹਦੇ ਦਿਖਾਏ ਜਾ ਰਹੇ ਨੇ। ਇਸ ਲੈਵਲ ਦਾ ਫਰਾਡ ਹੋ ਰਿਹਾ। ਔਰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਆਪਣੇ ਹਲਕੇ ਦੇ ਵਿੱਚ ਕਿਸੇ ਵੀ ਗ੍ਰਾਮ ਸਭਾ ਦੇ ਸੈਸ਼ਨ ਦੇ ਵਿੱਚ 20 ਤੋਂ 25 30 ਤੋਂ ਵੱਧ ਬੰਦੇ ਨਹੀਂ ਹੈ, ਉਹਦਾ ਕੋਰਮ ਹੈ 20%।
ਜੇ 1000 ਦਾ ਪਿੰਡ ਹੈ 200 ਬੰਦਾ ਚਾਹੀਦਾ, ਤੇ ਨਹੀਂ ਤਾਂ ਮਤਲਬ ਗ੍ਰਾਮ ਸਭਾ ਨਹੀਂ ਮੰਨੀ ਜਾਂਦੀ ਵੈਲਿਡ। ਨਹੀਂ, ਫਿਰ ਇੱਕ ਤਾਂ ਇਹਦੇ ਕਾਰਨ ਇੱਕ ਤਾਂ ਇਹ ਹੈ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਉਹ ਲੋਕਾਂ ਨੂੰ ਸਰਪੰਚ ਵੱਲੋਂ ਤੇ ਪੰਚਾਂ ਵੱਲੋਂ ਜਾਣਬੁੱਝ ਕੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਾਂ ਕੁਝ ਇਸ ਤਰ੍ਹਾਂ ਕੀਤਾ ਜਾ ਰਿਹਾ ਕਿ ਜਦੋਂ ਕੰਮ ਦਾ ਜ਼ੋਰ ਹੈ ਆਮ ਲੋਕਾਂ ਦਾ, ਤੇ ਉਦੋਂ ਇਹ ਚੁੱਪ ਚਪੀਤੇ ਗ੍ਰਾਮ ਸਭਾ ਦੇ ਨਾਂ ਤੇ ਇਕੱਠ ਕਰ ਲਿਆ ਜਾਵੇ, ਜਾਂ ਚੋਰੀ ਛਿਪੇ ਉਹਨਾਂ ਦੇ ਘਰਾਂ 'ਚ ਜਾ ਕੇ ਅੰਗੂਠੇ ਲਵਾ ਦਿੱਤੇ ਜਾਣ। ਤੇ ਦੂਜਾ ਮਸਲਾ ਮੇਰਾ ਖਿਆਲ ਹੈ ਕਿਤੇ ਇਹ ਹੈ ਹਮੀਰ ਸਿੰਘ ਜੀ, ਕਿ ਲੋਕਾਂ ਨੇ ਆਪਣਾ ਕੰਮ ਛੱਡ ਕੇ ਲੋਕਾਂ ਨੂੰ, ਕਿਉਂਕਿ ਰੁਜ਼ਗਾਰ ਕਮਾਉਣਾ ਇੰਨਾ ਔਖਾ ਹੋ ਗਿਆ ਕਿ ਲੋਕਾਂ ਨੂੰ ਆਪਣਾ ਕੰਮ ਛੱਡ ਕੇ ਗ੍ਰਾਮ ਸਭਾ ਦੇ ਇਜਲਾਸ 'ਚ ਆਉਣਾ, ਕਿਤੇ ਇਹ ਵੀ ਕਾਰਨ ਤੁਹਾਨੂੰ ਜਾਪਦੇ ਨੇ? ਇਹ ਕੋਈ ਕਾਰਨ ਨਹੀਂ ਹੈ ਅਸਲ 'ਚ। ਕਾਰਨ ਕੇਵਲ ਇਹ ਹੈ ਵੀ ਅਜੇ ਪੰਜਾਬ ਦੇ ਬਹੁਤੇ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਗ੍ਰਾਮ ਸਭਾ ਨਾਂ ਦੀ ਕੋਈ ਸੰਸਥਾ ਹੈ। ਅਜੇ ਤੱਕ ਇਹ ਨਹੀਂ ਪਤਾ, ਪੜ੍ਹਿਆ ਲਿਖਿਆ ਨੂੰ ਨਹੀਂ ਪਤਾ, ਆਮ ਬੰਦੇ ਤਾਂ ਪਿੰਡ ਦੇ ਛੱਡ ਦਿਓ। ਤਾਂ ਮੇਰੀ ਇਹ ਗਰੰਟੀ ਹੈ ਕਿ ਜੇ ਤੁਸੀਂ ਵਕੀਲਾਂ 'ਤੇ ਸਰਵੇ ਕਰ ਲਓ, ਉਹ ਦੱਸ ਦੇ, ਉਹਦੇ 'ਚੋਂ 90% ਇਹ ਦੱਸ ਦੇਣ ਕਿ 2 ਇਜਲਾਸ ਕੰਪਲਸਰੀ ਨੇ, ਉਹ ਵੀ ਨਹੀਂ ਦੱਸ ਸਕਣਗੇ, ਕਿਉਂਕਿ ਸਾਡੀ ਜਾਗਰੂਕਤਾ 'ਚ ਅਸੀਂ ਸੋ ਕਾਲਡ ਪੜ੍ਹੇ ਲਿਖੇ ਹਾਂ। ਜਿਹੜੀ ਗਰਾਊਂਡ ਦੀ ਨੌਲੇਜ ਚਾਹੀਦੀ ਹੈ, ਜ਼ਮੀਨੀ ਹਕੀਕਤ ਨਾਲ ਜੁੜੇ, ਲੋਕਾਂ ਨਾਲ ਜੁੜੇ ਕਾਨੂੰਨ ਨੇ, ਉਹਨਾਂ 'ਤੇ ਕੰਮ ਨਹੀਂ ਹੋ ਰਿਹਾ ਪੰਜਾਬ 'ਚ। ਔਰ ਇਸੇ ਕਰਕੇ ਜਿਹੜੇ ਪਿੰਡਾਂ 'ਚ ਇਹ ਜਾਣਕਾਰੀ ਹੋਈ ਹੈ, ਉੱਥੇ ਪੋਲੀਟੀਸ਼ੀਅਨ ਵੀ ਉਹਦਾ ਵਿਰੋਧ ਕਰ ਰਿਹਾ, ਉੱਥੇ ਅਫਸਰ ਵੀ ਉਹਦਾ ਵਿਰੋਧ ਕਰ ਰਿਹਾ, ਉੱਥੇ ਸਰਪੰਚ ਵੀ ਬਹੁਤੇ ਵਿਰੋਧ ਕਰ ਰਹੇ ਨੇ, ਕਿਉਂਕਿ ਸਰਪੰਚ ਨੂੰ ਅਜੇ ਤੱਕ ਇਹ ਪਤਾ ਹੀ ਨਹੀਂ ਕਿ ਮੇਰੀ ਤਾਕਤ ਇਹਦੇ 'ਚੋਂ ਨਿਕਲਣੀ ਹੈ, ਮੇਰੀ ਤਾਕਤ ਕਿਸੇ ਉੱਪਰੋਂ ਨਹੀਂ ਆਉਣੀ। ਜਿੱਦਣ ਉਹਨੂੰ ਜਾਗਰੂਕਤਾ ਹੋ ਜਾਂਦੀ ਹੈ ਅੰਦਰ, ਇੱਕ ਜਿਹੜੀ ਰੋਸ਼ਨੀ ਹੋ ਜਾਂਦੀ ਹੈ, ਉਦੋਂ ਬਾਅਦ ਉਹ ਅਸਰਟ ਕਰਦਾ। ਜਿੰਨੇ ਪਿੰਡਾਂ 'ਚ 24-25 ਪਿੰਡਾਂ 'ਚ ਇਹ ਲਾਗ ਲੱਗੀ ਹੈ ਲੋਕਾਂ ਨੂੰ, ਮਨਰੇਗਾ ਵਾਲੇ ਮਜ਼ਦੂਰ ਆ ਕੇ ਬਹਿੰਦੇ ਨੇ ਕਿ ਮੇਰਾ ਕੰਮ ਦੱਸ। ਜਿੱਦਣ ਗਰੀਬ ਆਦਮੀ ਨੂੰ ਇਹ ਪਤਾ ਮੇਰਾ ਅੰਗੂਠਾ ਕਰਜ਼ੇ 'ਤੇ ਨਹੀਂ ਲੱਗ ਰਿਹਾ, ਮੇਰਾ ਅੰਗੂਠਾ ਤਾਕਤ ਕਹਿੰਦਾ ਕਿ ਮੈਂ ਜੇ ਸਰਪੰਚ ਗ੍ਰਾਮ ਸਭਾ ਦੇ ਇਜਲਾਸ 'ਚ ਨਹੀਂ ਆਇਆ, ਉਹਨੂੰ ਸੰਮਣ ਜਾਰੀ ਕਰਾ ਸਕਦਾ, ਉਦੋਂ ਉਹ ਬੰਦੇ ਦੇ ਸ਼ਕਲ ਹੀ ਹੋਰ ਹੁੰਦੀ ਹੈ, ਉਦੋਂ ਬੰਦਾ ਹੋਰ ਤਰ੍ਹਾਂ ਸੋਚਦਾ। ਸਾਡੇ ਨਾਲੋਂ ਕਿਉਂਕਿ ਗ੍ਰਾਮ ਸਭਾ ਟਰਾਈਬਲ ਲੋਕ ਜਿਹੜੇ ਨੇ, ਕਬਾਇਲੀ ਲੋਕ, ਉਹ ਜ਼ਿਆਦਾ ਨੇੜੇ ਨੇ ਜਲ ਜੰਗਲ ਜ਼ਮੀਨ ਦੇ, ਉਹ ਕੁਦਰਤ ਦੇ ਜ਼ਿਆਦਾ ਨੇੜੇ ਨੇ, ਉਹਨਾਂ ਨੂੰ ਬਾਕੀ ਨੰਬਰ ਦੇ ਕਾਨੂੰਨਾਂ ਨਾਲ ਬਹੁਤ ਜ਼ਿਆਦਾ ਲੈਣਾ ਦੇਣਾ ਨਹੀਂ, ਆਪਦੇ ਨਾਲ ਜ਼ਿਆਦਾ ਹੈ ਜੀ। ਇਸੇ ਕਰਕੇ ਉਹਨਾਂ ਸੂਬਿਆਂ 'ਚ ਜਿੱਥੇ ਕਬਾਇਲੀ ਖੇਤਰ ਦੇ ਲੋਕ ਨੇ, ਉੱਥੇ ਗ੍ਰਾਮ ਸਭਾ ਦੀ ਤਾਕਤ ਨਹੀਂ ਦਿਖਾਈ ਦਿੰਦੀ ਹੈ। ਉੱਥੋਂ ਅਦਾਨੀ ਦੀਆਂ ਮਸ਼ੀਨਾਂ ਵੀ ਉਡਵਾ ਦਿੰਦੇ ਨੇ ਸੁਪਰੀਮ ਕੋਰਟ ਦੇ ਜੱਜਮੈਂਟ ਦੇ ਉੱਤੇ। 12 ਪਿੰਡ ਜਦੋਂ ਫੈਸਲਾ ਕਰ ਲੈਂਦੇ ਨੇ ਕਿ ਗੌਰਮੈਂਟ ਆਫ ਇੰਡੀਆ, ਉੜੀਸਾ ਦੀ ਸਰਕਾਰ ਸਾਰੇ ਇੱਕ ਪਾਸੇ ਨੇ ਤੇ ਗ੍ਰਾਮ ਸਭਾ ਦੂਜੇ ਪਾਸੇ ਖੜਦੀ ਹੈ, ਮਤਾ ਪਾਉਂਦੀ ਹੈ, ਤੇ ਉਹਨਾਂ ਨੂੰ ਆਪਦਾ ਚੱਕਣਾ ਪੈਂਦਾ ਸਮਾਨ। ਤੇ ਇਸ ਸਿਲਸਿਲੇ ਵਿੱਚ ਉਹਨਾਂ ਵਿਰੁੱਧ ਕੇਸ ਵੀ ਦਰਜ ਹੋ ਰਹੇ ਨੇ। ਉਹ ਵੀ ਸੀਗੇ, ਉਹ ਮੂਵਮੈਂਟ ਹੈ, ਝਾਰਖੰਡ ਦੀ ਗੱਲ ਹੈ, ਉੱਥੇ ਇੱਕ ਪਿੱਥਲਗੜੀ ਮੂਵਮੈਂਟ ਚੱਲ ਰਹੀ ਹੈ ਬੜੇ ਲੰਮੇ ਸਮੇਂ ਤੋਂ। ਉਹਨਾਂ ਨੇ ਤਾਂ ਬਹੁਤ ਦੂਰ ਦੂਰ ਤੱਕ ਆਪਣੇ ਪਿੰਡਾਂ ਦੇ ਬਾਹਰ ਬੋਰਡ ਲਾਏ ਹੋਏ ਨੇ ਕਿ ਅਸੀਂ ਕਿਸੇ ਪ੍ਰਧਾਨ ਮੰਤਰੀ ਨੂੰ, ਕਿਸੇ ਮੁੱਖ ਮੰਤਰੀ ਨੂੰ ਨਹੀਂ ਜਾਣਦੇ, ਸਾਡੀ ਸੰਵਿਧਾਨਕ ਸੰਸਥਾ ਗ੍ਰਾਮ ਸਭਾ ਹੈ, ਸਾਡੀ ਗ੍ਰਾਮ ਸਭਾ ਤੋਂ ਪੁੱਛੇ ਬਿਨਾਂ ਕੋਈ ਵੀ ਸਰਕਾਰੀ ਕਰਮਚਾਰੀ ਜਾਂ ਬਾਹਰਲਾ ਬੰਦਾ ਸਾਡੇ ਪਿੰਡਾਂ 'ਚ ਇੰਟਰ ਨਹੀਂ ਹੋ ਸਕਦਾ, ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹ ਬਹੁਤ ਵੱਡੀ ਮੂਵਮੈਂਟ ਹੈ। ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਖਿਲਾਫ ਮੂਵਮੈਂਟ ਕਹੀ, ਕਿਉਂਕਿ ਗ੍ਰਾਮ ਸਭਾ ਦਾ ਜਾਲੀ ਮਤਾ ਪਵਾਤਾ ਸੀ। ਉਹਨਾਂ ਨੇ ਕਿਹਾ ਕਿ DC ਜ਼ਿੰਮੇਵਾਰ ਹੈ, ਉਹਨੇ ਮਾਨਤਾ ਕਿਉਂ ਦਿੱਤੀ। ਹਾਂ, ਉਦੋਂ ਬਾਅਦ ਉਹਨਾਂ ਨੇ ਮੂਵਮੈਂਟ ਚਲਾਈ ਇਹਦੇ ਖਿਲਾਫ, ਜਦੋਂ 2 ਆਰਡੀਨੈਂਸ ਝਾਰਖੰਡ ਸਰਕਾਰ ਨੇ ਕਰਤੇ। ਇੱਕ ਤਾਂ ਟੇਨੈਂਸੀ ਐਕਟ ਹੈ ਜਿਹੜਾ 1908 ਦੇ ਵਿੱਚ ਬਣਿਆ ਹੋਇਆ, ਇੱਕ ਜਿਹੜਾ ਬਣਿਆ ਹੋਇਆ ਸੀ 1949 ਦੇ ਵਿੱਚ। ਉਹਨਾਂ 'ਚ ਸੋਧ ਕਰਕੇ, ਕਿਉਂਕਿ ਉਹ ਪ੍ਰੋਟੈਕਸ਼ਨ ਦਿੰਦਾ ਕਬਾਇਲੀ ਖੇਤਰ ਨੂੰ ਕਿ ਤੁਸੀਂ ਜਲ ਜੰਗਲ ਜ਼ਮੀਨ, ਉਹਨਾਂ ਦੀ ਗ੍ਰਾਮ ਸਭਾ ਦੇ ਪੁੱਛੇ ਤੋਂ ਬਿਨਾਂ ਕੋਈ ਵੀ ਗੌਰਮੈਂਟ ਦਾ ਫੈਸਲਾ ਉੱਥੇ ਲਾਗੂ ਨਹੀਂ ਹੋ ਸਕਦਾ। ਇਹਨਾਂ ਨੇ ਉਹ 'ਚ ਸੋਧ ਕਰਤੀ, ਉਹਦੇ ਤੋਂ ਮੂਵਮੈਂਟ ਬਣੀ ਵੱਡੀ। ਮੂਵਮੈਂਟ ਦੇ ਦੌਰਾਨ 17 ਤੇ 18 ਦੇ ਸਾਲ ਦੇ ਵਿੱਚ, ਦੋਨਾਂ ਸਾਲਾਂ 'ਚ 10,000 ਬੰਦੇ ਤੇ ਉਹ ਕਹਿੰਦਾ ਕਿ ਮੇਰੀ ਮਿੱਟੀ ਛੱਡ ਦਿਓ, ਮੈਂ ਨਹੀਂ ਦਖਲ ਹੋਣ ਦੇਣਾ। ਉਹਦੇ ਦੇਸ਼ ਧਰੋਹੀ ਦਾ ਪਰਚਾ ਕੀਤਾ 10,000 ਬੰਦੇ ਤੇ, ਜਦੋਂ ਕਿ ਉਹ ਕਾਨੂੰਨਨ ਦੇਸ਼ ਧਰੋਹ ਦਾ ਪਰਚਾ ਉਹਨਾਂ ਤੇ ਦਰਜ ਕੀਤਾ ਗਿਆ ਜਿਹੜੇ ਕਾਨੂੰਨ ਹੀ ਲਾਗੂ ਕਰਵਾਉਣਾ ਚਾਹ ਰਹੇ ਨੇ, ਜੋ ਕਾਨੂੰਨ ਦੇ ਵਿੱਚ ਉਹਨਾਂ ਨੂੰ ਅਖਤਿਆਰ ਮਿਲ ਰਹੇ ਨੇ, ਉਹ ਉਹੀ ਲਾਗੂ ਕਰਵਾਉਣਾ ਚਾਹੁੰਦੇ ਨੇ। ਤੇ ਇਹ ਕਿੱਡੀ ਹੈਰਾਨੀ ਵਾਲੀ ਤੇ ਖਤਰਨਾਕ ਗੱਲ ਹੈ। ਉਹਦੇ 'ਚੋਂ ਸਵਾਲ ਕੇਵਲ ਇਹੀ ਹੁੰਦਾ ਕਿ ਹੁਣ ਆ ਕੇ ਗੌਰਮੈਂਟ 19 'ਚ ਬਦਲੀ ਹੈ, ਕਬਾਇਲੀਆਂ ਨੇ ਇਹਦੇ 'ਚ ਰੋਲ ਵੀ ਨਿਭਾਇਆ ਤੇ ਉਹ 10,000 ਕੇਸ ਵਾਪਸ ਲਏ ਗਏ ਨੇ। ਸਿਬੂ ਸਰੇਨ ਦਾ ਮੁੰਡਾ ਜਿਹੜਾ ਹਿਮੰਤ ਸਰੇਨ ਚੀਫ ਮਿਨਿਸਟਰ ਬਣਿਆ ਝਾਰਖੰਡ ਦੇ ਵਿੱਚ, ਔਰ ਉਹ ਸਾਰੇ ਕਿਤੇ ਇਹ ਲੜਾਈਆਂ ਜਿਹੜੀਆਂ ਨੇ ਗ੍ਰਾਸ ਰੂਟ ਲੈਵਲ ਦੀਆਂ ਨੇ। ਇੱਕ ਇੱਕ ਕਿਤਾਬ ਆਈ ਹੋਈ ਹੈ ਰਘੂ ਰਾਮ ਰਾਜਨ ਦੀ, ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਚੇਅਰਮੈਨ ਗਵਰਨਰ ਰਿਹਾ, ਤੇ ਉਹ ਕਹਿੰਦਾ ਵੀ ਸਾਰੀ ਸਪੇਸ ਮੰਡੀ ਤੇ ਸਟੇਟ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਈ ਸਾਰੀ ਤਾਕਤ। ਜਿਹੜਾ ਸਮਾਜਿਕ ਪੱਖ ਸੀ, ਸਮਾਜ ਦਾ ਦਖਲ ਸੀ ਇਹ ਸਾਰੇ ਕੰਮਾਂ 'ਚ, ਉਹ ਬਿਲਕੁਲ ਹਾਸੀਏ 'ਤੇ ਚਲਾ ਗਿਆ। ਉਹ ਹੈ 3rd ਪਿਲਰ, ਉਹਦਾ ਨਾਂ ਹੈ ਕਿਤਾਬ ਦਾ। 3rd ਪਿਲਰ ਦਾ ਮਤਲਬ ਜੇ ਅਸੀਂ ਸਾਡੀ ਇੰਡੀਅਨ ਸਟੇਟ ਦੇ ਸਟਰਕਚਰ 'ਚ ਕਹਿਣਾ ਹੋਵੇ ਤਾਂ ਸਾਡਾ 3rd ਪਿਲਰ ਗ੍ਰਾਮ ਸਭਾਵਾਂ ਨੇ। ਸਾਡਾ 3rd ਪਿਲਰ, ਸਾਡਾ ਤੀਜਾ ਪਾਵਾ ਜਿਹੜਾ ਸਮਾਜ ਦੀ ਤਾਕਤ ਵਾਲਾ, ਉਹ ਪਿੰਡਾਂ ਦੀਆਂ ਇਹ ਇਕੱਠ ਨੇ। ਇਕੱਲਾ ਇਹ ਤਾਂ ਚਲੋ ਹੁਣ ਸੰਵਿਧਾਨਕ ਬਣੇ ਹੈ, ਸਾਡੇ ਤਾਂ ਇੱਕ ਰਵਾਇਤ ਹੈ ਪੰਜਾਬੀ ਕਲਚਰ ਦੇ ਵਿੱਚ, ਕਹਿੰਦੇ ਨੇ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ।
ਗੁਰੂ ਨੇ ਵੀ ਸੰਗਤ ਨੂੰ ਆਪਦੇ ਤੋਂ ਵੱਡਾ ਰੂਪ ਦਿੱਤਾ। ਜਦੋਂ ਗੁਰੂ ਗੋਬਿੰਦ ਸਿੰਘ ਨੂੰ ਵੀ ਸੰਗਤ ਫੈਸਲਾ ਕਰਦੀ ਹੈ ਕਿ ਤੈਨੂੰ ਨਿਕਲਣਾ ਪੈਣਾ ਚਮਕੌਰ ਦੀ ਗੜੀ ਚੋਂ, ਤਾਂ ਉਹ ਆਪਣੇ ਨਾ ਚਾਹੁੰਦਾ ਹੋਇਆ ਵੀ ਫੈਸਲਾ ਉਹਨਾਂ ਦਾ ਮੰਨਦਾ ਔਰ ਇਹ ਮੰਨਣਾ ਪੈਂਦਾ। ਮਤਲਬ ਇਹ ਇੱਕ ਲੋਕਾਂ ਦੀ ਤਾਕਤ ਹੈ। ਜਦੋਂ ਤੁਸੀਂ ਕਹਿੰਦੇ ਵੀ ਦਾ ਪੀਪਲ ਆਫ ਇੰਡੀਆ ਅਸੀਂ ਸੰਵਿਧਾਨ 'ਚ ਲਿਖਤਾ, ਇਕੱਲਾ ਲਿਖੇ ਨਾਲ ਥੋੜ੍ਹੀ ਚੱਲਦਾ ਕੰਮ। ਉੱਥੇ ਤਾਂ ਮੋਦੀ ਸਾਹਿਬ ਆ ਕੇ ਕਹਿੰਦੇ ਨੇ ਮੈਂ ਸਟੇਟ ਗੌਰਮੈਂਟ ਨੂੰ ਨਹੀਂ ਪੁੱਛਾਂਗਾ, ਮੈਂ ਲਾਕਡਾਊਨ ਕਰਤਾ 21 ਦਿਨ ਲਈ, ਤੇ ਸੂਬੇ ਗੌਰਮੈਂਟਾਂ ਨੂੰ ਵੀ ਨਹੀਂ ਪੁੱਛਿਆ ਜਾਂਦਾ। ਗ੍ਰਾਮ ਸਭਾਵਾਂ ਤਾਂ ਦੂਰ ਦੀ ਗੱਲ ਹੈ, ਬਾਕੀ ਚੀਜ਼ਾਂ ਤਾਂ ਦੂਰ ਦੀ ਗੱਲ ਹੈ। ਇਸ ਕਰਕੇ ਇਹ ਬਹੁਤ ਜਿਹੜਾ ਪੰਚਾਇਤੀ ਜਿਹੜਾ ਦਿਨ ਹੈ, ਕੱਲਾ ਫਾਰਮੈਲਿਟੀ ਸ਼ੇਕ ਮਨਾ ਕੇ ਪ੍ਰਧਾਨ ਮੰਤਰੀ ਵੱਖ-ਵੱਖ ਸੂਬਿਆਂ ਤੋਂ ਪੰਚਾਇਤਾਂ ਨੂੰ ਸਨਮਾਨਿਤ ਵੀ ਕਰਦੇ ਨੇ। ਐਤਕੀ ਤਾਂ ਕਰੋਨਾ ਕਰਕੇ ਨਹੀਂ ਹੋ ਰਿਹਾ ਉਹ ਫੰਕਸ਼ਨ, ਉਹ ਲੇਟ ਹੋਏਗਾ, ਤੇ ਬਹੁਤ ਵਧੀਆ ਕੀਤਾ ਕੰਮ। ਕੇਵਲ ਓਨਾ ਹੀ ਹੈ ਕਿ ਤੁਸੀਂ ਉਹਨਾਂ ਨੂੰ ਉਹਦੇ ਬਣਦੇ ਪੈਸੇ ਨਹੀਂ। ਪੰਜਾਬ ਜਿਹੜਾ ਸੂਬਾ ਹੈ ਇਹ ਪੰਚਾਇਤਾਂ ਨੂੰ, ਪੰਚਾਇਤੀ ਰਾਜ ਸੰਸਥਾਵਾਂ ਨੂੰ ਅਧਿਕਾਰ ਦੇਣ ਦੇ ਮਾਮਲੇ 'ਚ 18ਵੇਂ ਨੰਬਰ 'ਤੇ ਹੈ। ਅਸੀਂ ਟਰਾਂਸਫਰ ਕੀਤੇ ਹੀ ਨਹੀਂ, ਪੈਸਾ ਤਾਂ ਦੇਣਾ ਹੀ ਨਹੀਂ ਚਾਹੁੰਦੇ। ਔਰ ਜਦੋਂ ਤੁਸੀਂ ਪੈਸਾ ਨਹੀਂ ਦਿਓਗੇ ਤਾਂ ਉਹ ਚੱਲਣਾ ਕਿਵੇਂ? ਸ਼ਾਸਨ ਤਾਂ ਪੈਸੇ ਨਾਲ ਚੱਲਣਾ ਨਾ। ਤੇ ਜੇ ਉਹਨਾਂ ਨੂੰ ਉਹਨਾਂ ਬਜਟ ਹੀ ਨਹੀਂ ਦਿਓਗੇ, ਤੂੰ ਕਹਿ ਵੀ ਤੂੰ ਚੱਲ ਜੇ ਆਪਣੇ ਏਰੀਏ ਦਾ ਪਾਣੀ ਸੰਭਾਲ ਲੈ, ਸਾਫ਼ ਕਰ ਲੈ, ਭਾਈ ਸਾਹਿਬ ਉਹਨੂੰ ਬਜਟ ਵੀ ਤਾਂ ਹੋਣਾ ਚਾਹੀਦਾ, ਉਹ ਤਾਂ ਜਾ ਕੇ ਉੱਥੇ ਕੰਮ ਕਰ ਸਕੂਗਾ, ਨਹੀਂ ਤਾਂ ਨਹੀਂ ਕਰ ਸਕੂਗਾ। ਇਸ ਕਰਕੇ ਉਹ ਸਾਡੇ ਜਾਗਰੂਕਤਾ ਦੀ ਕਮੀ ਹੈ। ਪੰਚਾਇਤੀ ਰਾਜ ਸੰਸਥਾ ਦਾ ਜਿਹੜਾ 1 ਲੱਖ ਨੁਮਾਇੰਦਾ ਹੈ, ਜੇ ਉਹ ਰੀਅਲ ਸੈਂਸ ਦੇ ਵਿੱਚ ਲੋਕਾਂ ਦਾ ਨੁਮਾਇੰਦਾ ਬਣ ਜੇ, ਉਹ ਉੱਪਰਲੇ ਬੰਦਿਆਂ ਦਾ ਕਰਿੰਦਾ ਨਾ ਰਹੇ। 1 ਲੱਖ ਤਾਂ ਫੌਜ ਹੁੰਦੀ ਆ ਬਹੁਤ ਵੱਡੀ, ਉਹ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ। ਤੇ ਇਹਨਾਂ ਪੇਂਡੂ ਖੇਤਰ ਦੀਆਂ ਸੁਵਿਧਾਵਾਂ, ਪੇਂਡੂ ਖੇਤਰ ਦਾ ਬਜਟ, ਪੇਂਡੂ ਖੇਤਰ ਦੀ ਸਹੂਲਤਾਂ ਕੋਈ ਨਹੀਂ ਦੁਨੀਆ ਦੀ ਤਾਕਤ ਰੱਖ ਸਕਦੀ। ਪਰ ਉਹ 1 ਲੱਖ ਮੂਹਰੇ ਲੱਗੇ, ਜਾਗਰੂਕ ਹੋਵੇ, ਤਾਕਤ ਗ੍ਰਾਮ ਸਭਾ ਤੋਂ ਲਏ, ਤਾਕਤ ਵੀਡੀਓ ਜਾਂ ਹਲਕਾ ਇੰਚਾਰਜ ਜਾਂ ਮੰਤਰੀ ਤੋਂ ਨਾ ਲਏ। ਉਹ ਕਹੇ ਕਿ ਮੇਰੇ ਨਾਲ, ਔਰ ਉਸੇ ਰੂਪ ਦੇ ਵਿੱਚ। ਔਰ ਗ੍ਰਾਮ ਸਭਾਵਾਂ ਕੋਲ ਇਹ ਤਾਕਤ ਹੈ ਕਿ ਉਹਨੇ ਥਰੂ ਮੈਜਿਸਟਰੇਟ ਗੱਲ ਕਰਨੀ ਹੈ ਥਾਣੇ ਨਾਲ, ਮਤਾ ਪਾ ਕੇ ਮੈਜਿਸਟਰੇਟ ਨੂੰ ਭੇਜਣਾ, ਥਾਣੇ ਨੂੰ ਮੈਜਿਸਟਰੇਟ ਆਪ ਹੀ ਭੇਜੇਗਾ ਕਿ ਇਸ ਪਿੰਡ ਦੀ ਆਹ ਪ੍ਰੋਬਲਮ ਹੈ ਤੇ ਤੁਸੀਂ ਇਹਨੂੰ ਹੱਲ ਕਿਉਂ ਨਹੀਂ ਕਰਦੇ। ਤੇ ਸਾਡੇ ਵਿਚਾਰੇ ਸਰਪੰਚ ਖੜੇ ਰਹਿੰਦੇ ਨੇ, ਥਾਣੇਦਾਰ ਜੀ ਅੱਗੇ ਸਰਦਾਰ ਸਾਹਿਬ ਮੀਟਿੰਗ 'ਚ ਨੇ, ਸਰਦਾਰ ਸਾਹਿਬ ਸੁੱਤੇ ਪਏ ਨੇ, ਉਹ ਸਰਦਾਰ ਸਾਹਿਬ ਬਣ ਗਏ। ਚੁਣੇ ਹੋਏ ਨੁਮਾਇੰਦੇ ਜਿਹੜੇ ਲੋਕਾਂ ਦੇ ਨੇ, ਤੇ ਉਹ ਬਾਹਰ ਕਾਹਦੇ ਲਈ ਖੜੇ ਨੇ ਫਿਰ? ਆਪਣੀਆਂ ਦਾੜੀਆਂ ਪਟਵਾਉਣ ਦੇ ਲਈ, ਜਿਵੇਂ ਮਰਜ਼ੀ ਤੁਸੀਂ ਕਿਸੇ ਦੀ ਸਿਲ ਲਾਈ ਜੋ। ਇਹ ਡੈਮੋਕ੍ਰੇਸੀ ਨਹੀਂ ਹੈ। ਔਰ ਇਹ ਇੱਕ ਬਹੁਤ ਵੱਡੀ ਚਾਲ ਹੈ। ਉੱਪਰ ਅਸੀਂ ਸਿਸਟਮ ਬਦਲ ਲਿਆ, ਪਾਰਲੀਮੈਂਟ ਬਣਾ ਲਈ, ਰਾਜਾਂ ਦੀਆਂ ਵਿਧਾਨ ਸਭਾਵਾਂ ਬਣਾ ਲਈਆਂ। ਹੇਠਲਾ ਪੇਂਡੂ ਸਟਰਕਚਰ ਅਸੀਂ ਜਿਹੜਾ ਅੰਗਰੇਜ਼ਾਂ ਨੇ ਗੁਲਾਮ ਦੇਸ਼ਾਂ ਲਈ ਬਣਾਇਆ ਸੀ, ਉਹੀ ਚਾਲੂ ਕੀਤਾ। ਡਿਪਟੀ ਕਮਿਸ਼ਨਰ ਸਭ ਤੋਂ ਸਟਰੋਂਗ ਆਦਮੀ ਹੋਏਗਾ ਜੀ ਇਸ ਜ਼ਿਲ੍ਹੇ ਦਾ। ਲੋਕ ਜਾ ਕੇ ਕਹਿੰਦੇ ਤੁਸੀਂ ਜ਼ਿਲ੍ਹੇ ਦੇ ਮਾਲਕ ਹੋ। ਉੱਥੇ ਇਲੈਕਟਡ ਨੁਮਾਇੰਦਾ ਕਿਉਂ ਸਟਰੋਂਗ ਆਦਮੀ ਨਹੀਂ ਹੈ ਜੀ ਡਿਪਟੀ ਕਮਿਸ਼ਨਰ ਤੋਂ ਜ਼ਿਆਦਾ? ਸਾਡੇ ਨਾਲੋਂ ਪਾਕਿਸਤਾਨ ਚੰਗਾ। ਇਦੋਂ ਪਾਕਿਸਤਾਨ 'ਚ ਨਾਜ਼ਮ ਚੁਣਿਆ ਜਾਂਦਾ ਇੱਕ ਸ਼ਹਿਰ ਦਾ, ਜਿਵੇਂ ਸਾਡੇ ਮੇਅਰ ਚੁਣਿਆ ਜਾਂਦਾ। ਉਹ ਨਾਜ਼ਮ ਦੇ ਕੋਲ ਡਿਪਟੀ ਕਮਿਸ਼ਨਰ ਦੀ, ਉਹ ਵੀ ਉਹਦੇ ਕੋਲ ਵੀ ਸਾਡੇ ਵਾਲੀ ਮਤਲਬ ਫੰਡ ਹੈ, ਕਿਉਂਕਿ ਅਸੀਂ ਵੀ, ਉਹ ਵੀ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਨੇ। ਉਹਦੀ ACR ਲਿਖਣ ਦਾ ਹੱਕ ਨਾਜ਼ਮ ਦੇ ਕੋਲ ਹੈ। ਸਾਡੇ ਅਫਸਰਸ਼ਾਹੀ ਇੰਨੀ ਉਹਦੇ ਤੇ ਚੜ੍ਹਾ ਰੱਖੀ ਹੈ ਕਿ ਸਾਡੇ ਤਾਂ ਸਵਾਲ ਹੀ ਨਹੀਂ। ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਣ ਜੇ, ਉਹਨੂੰ ਅੰਦਰ ਆਉਣ ਲਈ ਸ਼ਾਇਦ ਇਜਾਜ਼ਤ ਲੈਣੀ ਪੈਂਦੀ ਹੈ, ਤੇ ਬਾਕੀ ਚੀਜ਼ਾਂ ਲਈ ਇਜਾਜ਼ਤ। ਅਸੀਂ ਗਾਲਾਂ ਹੀ ਨਾ ਕੱਢੀਏ ਇਕੱਲੇ ਪਾਕਿਸਤਾਨ ਨੂੰ, ਗੁਆਂਢ 'ਚ ਕੋਈ ਚੰਗੀਆਂ ਚੀਜ਼ਾਂ ਵੀ ਹੋ ਰਹੀਆਂ ਨੇ, ਉਹਨਾਂ ਤੋਂ ਸਿੱਖਿਆ ਵੀ ਜਾ ਸਕਦਾ। ਨਹੀਂ, ਉਹਨਾਂ ਦੀਆਂ ਕਬਾਇਲੀ ਪੰਚਾਇਤਾਂ ਸਾਡੇ ਨਾਲੋਂ ਤਾਂ ਬਹੁਤ ਮਜ਼ਬੂਤ ਨੇ। ਇਹ ਸਾਰਾ ਜਿਹੜਾ ਸੈਟਅਪ ਹੈ, ਮੈਨੂੰ ਇਹ ਲੱਗਦਾ ਹੈ ਕਿ ਹੁਣ ਜਿਹੜਾ ਜੇ ਰੀਅਲ ਸੈਂਸ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਬਾਕੀ ਜਗ੍ਹਾ ਜਦੋਂ ਦੇਖਿਆ ਜਾਂਦਾ, ਇਹਦੀ ਜਾਗਰੂਕਤਾ ਦੀ ਮੁਹਿੰਮ ਚਲਾਉਣੀ ਹੁੰਦੀ ਹੈ। ਗੌਰਮੈਂਟ ਨੇ ਕਿੱਥੇ ਐਡ ਦਿੱਤੀ ਹੈ ਕਦੇ 27 ਸਾਲਾਂ 'ਚ ਕਿ ਆਹ ਗ੍ਰਾਮ ਸਭਾ ਹੈ, ਗ੍ਰਾਮ ਸਭਾ ਦੇ ਵਿੱਚ ਆਹ ਅਧਿਕਾਰ ਨੇ। ਜਿਹੜੀਆਂ ਚੀਜ਼ਾਂ ਤੁਸੀਂ ਬੰਦ ਕਰ ਦਿੰਦੇ ਹੋ, ਐਡ ਨਹੀਂ ਦੇਣਾ ਚਾਹੁੰਦੇ, ਇਹਦਾ ਮਤਲਬ ਤੁਸੀਂ ਉਹ ਨਹੀਂ ਪ੍ਰੈਕਟੀਕਲੀ ਲੋਕਾਂ ਤੱਕ ਲਿਜਾਣਾ ਚਾਹੁੰਦੇ। ਤੇ ਜੇ ਡੈਮੋਕ੍ਰੇਟਿਕ ਗਵਰਨਮੈਂਟਾਂ ਨੇ, ਜਮਹੂਰੀ ਗਵਰਨਮੈਂਟਾਂ ਨੇ, ਤਾਂ ਵੱਡੇ ਪੱਧਰ ਤੇ ਪ੍ਰਚਾਰ ਹੋਣਾ ਚਾਹੀਦਾ ਇਹਨਾਂ ਗੱਲਾਂ ਦੇ। ਤਾਂ ਔਰ ਪੰਚਾਇਤੀ ਰਾਜ ਸੰਸਥਾ ਦੇ ਪੰਚਾਇਤ ਮੰਤਰੀ ਨੂੰ ਪੁੱਛ ਕੇ ਦੇਖੋ, ਕੋਈ ਵੀ ਜਾ ਕੇ ਵਰਜਨ ਲੈ ਕੇ ਦੇਖੋ, ਪੰਚਾਇਤ ਮੰਤਰੀ ਕੀ ਕਹੇਗਾ ਵੀ ਯਾਰ ਗ੍ਰਾਮ ਸਭਾ ਨਾਲ ਤਾਂ ਉੱਥੇ ਕਲੇਸ਼ ਹੋ ਜਾਣਗੇ, ਲੜਾਈਆਂ ਪੈਣਗੀਆਂ, ਲੋਕਾਂ ਦੇ ਇਕੱਠੇ ਬੈਠ ਕੇ ਲੜਾਈਆਂ ਪੈਣਗੀਆਂ। ਇਹਦੇ ਜ਼ਿੰਮੇਵਾਰ ਕੌਣ ਹੈ ਫਿਰ? ਇੱਕ ਸੰਵਿਧਾਨਕ ਸੰਸਥਾ, ਸੰਵਿਧਾਨ ਲਾਗੂ ਨਹੀਂ ਹੋ ਰਿਹਾ 62% ਪਾਪੂਲੇਸ਼ਨ ਦੇ ਵਿੱਚ ਪੰਜਾਬ 'ਚ ਤੇ 69% ਪਾਪੂਲੇਸ਼ਨ 'ਚ ਦੇਸ਼ 'ਚ, ਤਾਂ ਐਮਰਜੈਂਸੀ ਲੱਗ ਜਾਂਦੀ ਹੈ ਕਿ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ। ਸਟੇਟ ਗੌਰਮੈਂਟ ਆਪਦਾ ਇਖਲਾਕੀ ਰੁਤਬਾ ਗਵਾ ਚੁੱਕੀ ਹੈ ਜੇਕਰ ਗ੍ਰਾਮ ਸਭਾ ਦੀ ਸੰਵਿਧਾਨਕ ਸੰਸਥਾ ਸਰਗਰਮ ਨਹੀਂ ਹੈ। ਤੁਹਾਨੂੰ ਇਖਲਾਕੀ ਤੌਰ ਤੇ ਕਹਿਣ ਦਾ ਹੱਕ ਨਹੀਂ ਹੈ ਕਿ ਤੁਸੀਂ ਰੂਲ ਕਰ ਰਹੇ ਹੋ, ਤੁਸੀਂ ਤੁਹਾਡੇ 'ਚ ਤਾਕਤ ਹੈ, ਤੁਹਾਡੇ 'ਚ ਕਾਬਲੀਅਤ ਹੈ, ਤੁਸੀਂ ਇਸ ਲੈਵਲ ਦੀ ਗੱਲ ਕਰ ਰਹੇ ਹੋ। ਔਰ ਇਸੇ ਕਰਕੇ ਇੱਕ ਜਿਹੜਾ ਗ੍ਰਾਮ ਸਭਾ ਦੇ ਮਤੇ ਦਾ ਸਵਾਲ ਹੈ, ਮੈਂ ਜੇ ਤੁਹਾਨੂੰ ਦੱਸਾਂ ਕਿ ਆਪਣੀ ਗੌਰਮੈਂਟ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਕੀਮ ਬਣਾਈ ਸੀ, ਅਕਾਲੀ ਗੌਰਮੈਂਟ ਸੀ ਇਹ ਤੋਂ ਪਹਿਲਾਂ, ਕਿ ਹਰ ਜ਼ਿਲ੍ਹੇ ਦੇ ਵਿੱਚ 25 ਏਕੜ ਸਾਮਲਾਟ ਲੈ ਕੇ ਪਸ਼ੂਆਂ ਦੇ ਬਾੜੇ ਬਣਾਉਣੇ ਨੇ ਤਾਂ ਕਿ ਅਵਾਰਾ ਪਸ਼ੂਆਂ ਦਾ ਇੱਕ ਇਲਾਜ ਕੀਤਾ ਜਾ ਸਕੇ। ਮੇਰਾ ਪਿੰਡ ਨਾਭੇ ਦੇ ਨੇੜੇ ਹੈ, ਬਿਲਕੁਲ 8 ਕਿਲੋਮੀਟਰ।
ਤੇ BDPO ਆਇਆ, ਪਿੰਡ ਦਾ ਇਕੱਠ ਸੱਦਿਆ ਤੇ ਉਹਨਾਂ ਨੂੰ ਕਹਿਤਾ ਵੀ ਜੀ ਬਹੁਤ ਪੁੰਨ ਦਾ ਕੰਮ ਹੈ, ਗਊ ਮਾਤਾ ਦੇਖੋ ਤੁਹਾਡਾ ਪਿੰਡ ਤਾਰ ਦਊਗੀ, ਜੇ ਕਰ ਦਊਗੀ ਉਹ ਕਰ ਦੂ, ਤੇ ਮਤਾ ਪਵਾ ਲਿਆ 25 ਏਕੜ ਜ਼ਮੀਨ ਦਾ। ਸ਼ਾਮ ਨੂੰ ਲੋਕ ਫੋਨ ਕਰਦੇ ਨੇ ਵੀ ਸਾਡੇ ਤੋਂ BDO ਸਾਹਿਬ ਸਾਹਮਣੇ ਬੋਲਿਆ ਨਹੀਂ ਗਿਆ, ਮਤਾ ਤਾਂ ਗਲਤ ਪੈ ਗਿਆ, ਸਾਡੇ ਕੋਲ ਤਾਂ ਇੰਨੀ ਜ਼ਮੀਨ ਨਹੀਂ, ਅਸੀਂ ਕੀ ਕਰੀਏ। ਤਾਂ ਉਦੋਂ ਤੱਕ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜੇ ਸਰਪੰਚ ਨਾ ਬੁਲਾਵੇ ਗ੍ਰਾਮ ਸਭਾ ਦਾ ਅਜਲਾਸ ਤਾਂ 20% ਵੋਟਰ ਦਸਤਖਤ ਕਰਕੇ ਅੰਗੂਠੇ ਲਾ ਕੇ ਉਹ ਵੀ ਅਜਲਾਸ ਬੁਲਾਉਣ ਦੇ ਹੱਕਦਾਰ ਨੇ ਕਾਨੂੰਨੀ ਤੌਰ ਤੇ। ਜੇ ਸਰਪੰਚ ਉਹ 'ਚ ਆ ਜਾਂਦਾ ਤਾਂ ਉਹ ਪ੍ਰਧਾਨਗੀ ਕਰੇਗਾ, ਨਹੀਂ ਆਉਂਦਾ ਤਾਂ ਜਿਹੜੇ ਵੀ ਬੰਦੇ ਉੱਥੇ ਬੈਠੇ ਨੇ ਉਹਨਾਂ ਪੰਚਾਂ 'ਚੋਂ ਕਿਸੇ ਨੂੰ ਚੇਅਰਮੈਨ ਬਣਾ ਸਕਦੇ ਹੋ। ਉਹ ਹੱਕ, ਉਹ ਮਾਇਆ ਹੋਇਆ ਮਤਾ ਪੰਚਾਇਤ ਤਾਂ ਕੀ ਕੋਈ ਨਹੀਂ ਰੋਕ ਸਕਦਾ। ਔਰ ਉਹਦੇ 'ਚ ਫਿਰ ਇਹ ਕੀਤਾ ਕਿ ਗ੍ਰਾਮ ਸਭਾ ਦਾ ਅਜਲਾਸ ਬਣਾਇਆ, ਕਾਫੀ ਮੁੰਡਿਆਂ ਨੇ ਇਕੱਠੇ ਹੋ ਕੇ ਦਸਤਖਤ ਕਰਾਏ, ਦਸਤਖਤ ਕਰਾ ਕੇ ਗ੍ਰਾਮ ਸਭਾ ਦਾ ਅਜਲਾਸ ਬੁਲਾਇਆ। ਗ੍ਰਾਮ ਸਭਾ ਦੇ ਅਜਲਾਸ ਤੋਂ ਬਾਅਦ ਇਹ ਮਤਾ ਪਾ ਦਿੱਤਾ ਗਿਆ ਕਿ BDO ਜਿਹੜਾ ਮਤਾ ਪਵਾ ਕੇ ਗਿਆ ਉਹ ਗੈਰ ਕਾਨੂੰਨੀ ਹੈ ਜੀ, ਇਹ ਸਾਡੇ ਪਿੰਡ ਦੀ ਸਹਿਮਤੀ ਦੇ ਖਿਲਾਫ ਹੈ, ਸਾਡੇ ਕੋਲ ਕੋਈ ਜ਼ਮੀਨ ਨਹੀਂ ਵਾਧੂ ਦੇਣ ਦੇ ਲਈ। ਔਰ ਉਹ ਜ਼ਮੀਨ ਜ਼ੋਰ ਲਾ ਲਿਆ ਚੀਫ ਸੈਕਟਰੀ ਤੱਕ ਨਹੀਂ ਗਈ। ਤੇ ਦੂਜੀ ਗੱਲ ਨਾਲ ਉਹਨਾਂ ਨੇ ਮਤਾ ਹੋਰ ਪਾ ਲਿਆ ਕਿ ਲੋਕਾਂ ਨੂੰ ਇੱਕ ਇਕੱਠ 'ਚ ਕਹਿਤਾ ਕਮੇਟੀ ਹੈ, ਜਿਹੜੇ ਬੇਘਰੇ ਬੰਦੇ ਨੇ ਉਸ ਪਾਲਿਸੀ ਦੇ ਮੁਤਾਬਕ ਉਹ ਅਪਲਾਈ ਕਰੋ, ਅਸੀਂ ਉਹਨਾਂ ਨੂੰ 5 ਮਰਲੇ ਦੇ ਪਲਾਟ ਦੇਵਾਂਗੇ। 215 ਅਰਜ਼ੀਆਂ ਆਈਆਂ, 315। ਔਰ ਅਗਲੇ ਗ੍ਰਾਮ ਸਭਾ ਦੇ ਇਲਾਜ 'ਚ ਇਕੱਠ 'ਚ ਕਹਿ ਦਿੱਤਾ ਗਿਆ ਕਿ ਆਹ ਅਰਜ਼ੀ ਠੀਕ ਨਹੀਂ, ਤੁਹਾਡੇ ਕੋਲ ਚੰਗਾ ਭਲਾ ਘਰ ਹੈ, ਆਹ ਅਰਜ਼ੀ ਠੀਕ ਨਹੀਂ, ਤੇਰੇ ਕੋਲ ਜ਼ਮੀਨ ਹੈ। 218 ਉਹ 'ਚੋਂ ਅਪਰੂਵ ਪਾਈਆਂ ਗਈਆਂ ਜੀ ਜੀ। 218 ਅਰਜ਼ੀਆਂ BDO ਨੂੰ ਕੇਵਲ ਪਿੰਡ ਦੇ ਲੋਕਾਂ ਨੇ ਜਾ ਕੇ ਕਿਹਾ ਕਿ ਗ੍ਰਾਮ ਸਭਾ ਦੀਆਂ 218 ਅਰਜ਼ੀਆਂ ਨੇ, ਅਸੀਂ ਨਹੀਂ ਤੁਹਾਨੂੰ ਕਹਿੰਦੇ ਇਹਨੂੰ ਮਨਜ਼ੂਰ ਕਰੋ, ਜੇ ਗੈਰ ਕਾਨੂੰਨੀਆਂ ਨੂੰ ਰੱਦ ਕਰ ਦਿਓ ਜਾਂ ਮਨਜ਼ੂਰ ਕਰ ਲਓ। ਫਿਰ DDPO ਨੂੰ ਐਵੇਂ ਕਿਹਾ ਵੀ ਅਸੀਂ ਨਹੀਂ ਕਹਿੰਦੇ ਇਹਨੂੰ ਮਨਜ਼ੂਰ ਕਰੋ, ਜੇ ਰੱਦ ਕਰਨ ਦੀ ਤੇਰੇ ਕੋਲ ਤਾਕਤ ਰੱਦ ਕਰ ਦੇ, ਜੇ ਐਕਸੈਪਟ। 218 ਮਕਾਨ ਬਣੇ, ਤੁਸੀਂ 18 ਫੁੱਟ ਗਲੀਆਂ 'ਚ ਦੇਖ ਸਕਦੇ ਹੋ ਬੈਠੇ, ਸਰਕਾਰ ਦੇ ਵਿਰੋਧ ਦੇ ਬਾਵਜੂਦ। ਇਹ ਗ੍ਰਾਮ ਸਭਾ ਦੀ ਤਾਕਤ ਹੈ। ਤੇ ਜਿਹੜੀ ਜੇ ਲੋਕਾਂ ਨੂੰ ਆਉਣ ਲੱਗ ਜੇ ਉਸ ਪੱਧਰ ਦੇ ਉੱਤੇ, ਫਾਜ਼ਿਲਕਾ ਦਾ ਪਿੰਡ ਹਸਤਾ ਕਲਾਂ, ਉੱਥੇ ਐਸੇ ਸਰਕਾਰ ਦੇ MLA ਨੇ, ਜਿਹੜਾ ਸਭ ਤੋਂ ਛੋਟੀ ਉਮਰ ਦਾ MLA ਕਹਿੰਦੇ ਨੇ, ਘੁਬਾਏ ਦਾ ਮੁੰਡਾ, ਕੀ ਉਹਦਾ ਨਾਂ ਕੀ ਹੈ, ਦਵਿੰਦਰ ਘੁਬਾਏ, ਤੇ ਉਹਨੇ 2 ਪੰਚਾਇਤਾਂ ਬਣਵਾਤੀਆਂ। ਤੇ ਪਿੰਡ ਨੂੰ ਪਤਾ ਲੱਗਿਆ ਵੀ ਵੋਟਾਂ ਦੇ ਵੇਲੇ, ਇਸ ਪੰਚਾਇਤ ਵੇਲੇ ਲੋਕਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਤੇ ਮਤਾ ਹਾਈ ਕੋਰਟ ਤੱਕ ਆਇਆ। ਉਹ ਹਾਈ ਕੋਰਟ ਨੇ ਮੁੜ ਕੇ ਸੈਕਟਰੀ ਤੇ ਡਾਇਰੈਕਟਰ ਨੂੰ ਦਿੱਤਾ ਵੀ ਤੁਹਾਡਾ ਕੀ ਹੈ, ਔਰ ਸਰਕਾਰ ਦਾ ਮਤਾ ਰੱਦ ਹੋਇਆ। ਸਰਕਾਰ ਨੂੰ ਖੁਰ ਬਦਲਣਾ ਪਿਆ ਕਿ 2 ਪਿੰਡ ਦੀ ਇੱਕੋ ਹੀ ਪੰਚਾਇਤ ਰਹੂਗੀ। ਇਹ ਗ੍ਰਾਮ ਸਭਾ ਦੀ ਤਾਕਤ ਹੈ। ਇਹ ਤਾਕਤ ਦਾ ਜੇ ਅਹਿਸਾਸ ਨਹੀਂ ਹੈ ਸਾਡੇ ਲੋਕਾਂ ਨੂੰ ਉਸ ਪੱਧਰ ਦੇ ਉੱਤੇ ਕਿ ਇਹਨੂੰ ਕਿਵੇਂ ਵਰਤਣਾ। ਜਿਹੜਾ ਹਥਿਆਰ ਮੇਰੇ ਕੋਲ ਪਿਆ, ਇੱਥੇ ਜੰਗ ਲੱਗਿਆ, ਜੇ ਮੈਨੂੰ ਚਲਾਉਣਾ ਹੀ ਨਹੀਂ ਆਉਂਦਾ, ਮੇਰੇ ਲਈ ਕਾਹਦਾ ਹਥਿਆਰ ਹੈ? ਮੇਰੇ ਲਈ ਉਹ ਕੂੜਾ ਕਰਕਟ ਹੈ। ਇਸ ਕਰਕੇ ਪੰਚਾਇਤੀ ਰਾਜ ਦਿਵਸ 'ਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਉਹਨੂੰ ਐਕਟ ਨੂੰ ਸਿੰਪਲ ਤਰੀਕੇ ਨਾਲ ਪੰਚਾਇਤਾਂ ਵੀ ਪੜ੍ਹਨ, ਜੇ ਨਹੀਂ ਪੜ੍ਹ ਸਕਦੇ ਕੁਝ ਜਾਣਕਾਰ ਬੰਦਿਆਂ ਨੂੰ ਤੋਂ ਲੈ ਕੇ ਟ੍ਰੇਨਿੰਗ ਲੈਣ, ਤੇ ਜੇਕਰ ਲੋਕਾਂ ਨੂੰ ਵੀ ਇਕੱਠ ਦੇ ਵਿੱਚ ਸਮਝਾਉਣਾ ਜ਼ਰੂਰੀ ਹੈ, ਜਿੰਨੀਆਂ ਜਨਤਕ ਜਥੇਬੰਦੀਆਂ, ਟ੍ਰੇਡ ਯੂਨੀਅਨਾਂ, ਬਾਕੀ ਦੇ ਲੋਕ ਨੇ, ਕਿਉਂਕਿ ਦੇਸ਼ ਕਾਨੂੰਨ ਤੇ ਰੂਲ ਮੁਤਾਬਕ ਚੱਲਦਾ ਹੈ। ਉਹ ਕਾਨੂੰਨ ਤੇ ਰੂਲ ਦਾ ਤੁਹਾਨੂੰ ਪਤਾ ਵੀ ਲੱਗਣਾ ਚਾਹੀਦਾ। ਜਿਹੜੇ ਬੰਦੇ ਨੂੰ, ਸਾਹਮਣੇ ਵਾਲੇ ਬੰਦੇ ਨੂੰ ਇਹ ਨਜ਼ਰ ਆ ਜਾਏ ਨਾ ਵੀ ਇਹਨੂੰ ਕਾਨੂੰਨ ਪਤਾ, ਉਹਦੇ ਨਾਲ ਬੋਲਬਾਣੀ ਹੋਰ ਹੋ ਜਾਂਦੀ ਹੈ। ਤੇ ਜਿਹੜੇ ਬੰਦੇ ਨੂੰ ਇਹ ਪਤਾ ਵੀ ਇਹਨੂੰ ਕੁਛ ਨਹੀਂ ਆਉਂਦਾ, ਉਹਦੇ ਨਾਲ ਬੋਲਬਾਣੀ ਹੋਰ ਹੋ ਜਾਂਦੀ ਹੈ। ਇਸ ਲਈ ਪੇਂਡੂ ਖੇਤਰ ਦੇ ਵਿੱਚ ਜਿਹੜਾ ਪਛੜਿਆਪਣ ਜਾਣਕਾਰੀ ਦਾ ਰਹਿ ਗਿਆ, ਇਹਨੂੰ ਕਿਵੇਂ ਭਰਿਆ ਜਾਵੇ, ਇਹ ਪੰਚਾਇਤ ਦਿਵਸ 'ਤੇ ਬਹੁਤ ਵੱਡਾ ਕੁਐਸਚਨ ਹੈ ਔਰ ਇਸ ਲੈਵਲ 'ਤੇ ਹੋਣਾ ਚਾਹੀਦਾ। ਔਰ ਗ੍ਰਾਮ ਸਭਾ ਬੁਨਿਆਦੀ ਤਾਕਤ ਹੈ, ਫਿਰ ਪੰਚਾਇਤਾਂ, ਫਿਰ ਬਲਾਕ ਸੰਮਤੀ, ਫਿਰ ਇੱਕ ਜ਼ਿਲ੍ਹਾ ਪਰਿਸ਼ਦ। ਔਰ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਜਿਹੜਾ ਬਨੀ ਸ਼ੰਕਰ ਅਈਅਰ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਜੀ 20 ਸਾਲ ਦਾ ਜਾਇਜ਼ਾ ਲੈਣ ਦੇ ਵਾਸਤੇ ਕਿ ਪੰਚਾਇਤਾਂ ਕਿਵੇਂ ਨੇ। ਤਾਂ ਉਹ ਕਮੇਟੀ ਦਾ ਉੱਪਰ ਇੱਕ ਵੱਡਾ ਸਲੋਗਨ ਲਿਖਿਆ ਹੋਇਆ ਕਿ ਹਿੰਦੁਸਤਾਨ ਦੇ ਵਿੱਚ ਸਰਪੰਚ ਪਤੀ ਰਾਜ ਹੈ, ਸਰਪੰਚ ਰਾਜ ਨਹੀਂ ਹੈ। ਮਤਲਬ ਕੀ ਹੈ ਕਿ 50% ਔਰਤਾਂ ਚੁਣੀਆਂ ਤਾਂ ਜਾਂਦੀਆਂ ਨੇ, ਪਰ ਉਹਨਾਂ ਦੇ ਨਾਂ 'ਤੇ ਸਰਪੰਚੀ, ਪੰਚੀ, ਚੇਅਰਮੈਨੀ, ਉਹਨਾਂ ਦੇ ਪਤੀ, ਉਹਨਾਂ ਦੇ ਸਹੁਰੇ, ਉਹਨਾਂ ਦੇ ਚਾਚੇ ਤਾਏ, ਉਹਨਾਂ ਦੇ ਬਾਕੀ ਭਰਾ ਉਹ ਕਰਦੇ ਨੇ, ਡਾਇਰੈਕਟਲੀ ਨਹੀਂ ਕਰਨ ਦੀ। ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦੀ ਸੀ ਕਿ ਜਿਹੜੀ 50% ਰਿਜ਼ਰਵੇਸ਼ਨ ਪੰਚਾਇਤੀ ਰਾਜ ਵਿੱਚ ਇਹਨਾਂ ਨੂੰ ਨਵੇਂ ਨੋਟੀਫਿਕੇਸ਼ਨ ਰਾਹੀਂ ਮਿਲੀ ਹੈ, ਤੇ ਆਮ ਤਾਂ ਆਪਣੇ ਕੋਲ ਖਬਰਾਂ ਵੀ ਆਉਂਦੀਆਂ ਨੇ, ਆਪਾਂ ਦੋਵੇਂ ਮੀਡੀਆ ਤੋਂ ਆ, ਕਿ ਮਹਿਲਾ ਸਰਪੰਚ ਦੇ ਪਤੀ ਨੇ ਦੱਸਿਆ, ਜਾਂ ਬੜੀ ਥਾਈਂ ਪੁਲਿਸ ਅਫਸਰ ਜਿਹੜੀਆਂ ਜਿੱਥੇ ਔਰਤਾਂ ਨੇ ਹੁਣ ਪੁਲਿਸ ਅਫਸਰ ਉਹ ਪੁੱਛਦੀਆਂ ਨੇ ਵੀ ਸਰਪੰਚ ਕਿੱਥੇ ਹੈ। ਤੇ ਕਈ ਵਾਰੀ ਇਹ ਕਿਤੇ ਹਾਸਾ ਵੀ ਪਿਆ ਕਿ ਸਰਪੰਚ ਕਹਿੰਦਾ ਮੈਂ ਹੀ ਹਾਂ ਜੀ ਸਰਪੰਚ, ਉਹ ਕਹਿੰਦੇ ਵੀ ਤੂੰ ਤਾਂ ਬੰਦਾ, ਤੇਰੇ ਤਾਂ ਮੂੰਹ ਤੇ ਦਾੜੀ ਹੈ, ਤੇ ਉਹ ਸਰਪੰਚ ਔਰਤ ਸੀ ਉਸ ਪਿੰਡ ਦੀ। ਤੇ ਇਹੋ ਜਿਹਾ ਹਾਸਾ ਠੱਠਾ ਹੁੰਦਾ। ਤੇ ਜਦੋਂ ਔਰਤਾਂ ਨੂੰ ਉਹ ਰਾਈਟ ਵਰਤਣ ਦਾ, ਅਧਿਕਾਰ ਵਰਤਣ ਦਾ ਹੀ ਅਖਤਿਆਰ ਨਹੀਂ ਹੈਗਾ, ਤੇ ਇਹ ਵੀ ਪੰਚਾਇਤਾਂ ਨੂੰ ਮਿਲੇ ਅਧਿਕਾਰਾਂ ਵਰਗੀ ਹੀ ਗੱਲ ਹੈ। ਤੇ ਦੂਜਾ ਨਾਲ ਦੀ ਨਾਲ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਹੁਣ ਗਊਸ਼ਾਲਾਵਾਂ ਬਣਾਉਣ ਲਈ 25-25 ਏਕੜ ਦੇਣ ਲਈ ਪਿੰਡਾਂ ਨੂੰ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ ਗਿਆ, ਤੇ ਹਾਲ ਹੀ ਵਿੱਚ ਸਰਕਾਰ ਨੇ ਇਹ ਆਇਆ ਕੇਂਦਰ ਵੱਲੋਂ ਕਿ ਪੰਚਾਇਤਾਂ ਦੀ ਜ਼ਮੀਨ ਸ਼ਾਮਲਾਟਾਂ ਪਿੰਡਾਂ ਦੀਆਂ
ਪ੍ਰਾਈਵੇਟ ਉਹਨਾਂ ਨੂੰ ਕੰਪਨੀਆਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਦਿੱਤੀਆਂ ਜਾ ਸਕਣਗੀਆਂ, ਇਹ ਤਾਂ ਹੋਰ ਵੀ ਮਾੜੀ ਗੱਲ ਹੈ ਕਿ ਇਹਦੇ ਬਾਰੇ ਵੀ ਕੁਝ ਜ਼ਰੂਰ। ਔਰ ਇਹਦੇ ਬਾਰੇ ਵੀ ਦੋ ਹੀ ਜਿਹੜੀਆਂ ਗੱਲਾਂ ਨੇ, ਇਹ ਤਾਂ ਕੰਮ ਦੋਨਾਂ ਦਾ ਹੈ, ਸਰਕਾਰ ਦਾ ਵੀ ਹੈ ਜਿਹੜਾ ਔਰਤਾਂ ਦੇ ਰਾਈਟ ਦਾ ਸਵਾਲ, ਇਹਦੀ ਸਮਾਜਿਕ ਤਬਦੀਲੀ ਦੀ ਵੀ ਬਹੁਤ ਵੱਡੀ ਲੋੜ ਹੈ। ਇਕੱਲਾ ਸਿਆਸੀ ਨਾਲ ਇਹ ਕੰਮ ਨਹੀਂ ਚੱਲਣਾ। ਜਦੋਂ ਹੁਣ ਪਿਛਲੇ 20 ਸਾਲਾਂ ਤੋਂ ਇੱਕ ਟ੍ਰੈਂਡ ਚੇਂਜ ਹੋ ਗਿਆ ਟੋਟਲੀ, ਰੁਝਾਨ ਕਿਸ ਲੈਵਲ ਤੇ ਚੇਂਜ ਹੋ ਗਿਆ? ਰੁਝਾਨ ਚੇਂਜ ਹੋ ਗਿਆ ਕਿ ਜਿੰਨੇ ਰਿਜ਼ਲਟ ਆ ਰਹੇ ਨੇ ਕਾਲਜਾਂ ਦੇ ਹੋਣ, ਯੂਨੀਵਰਸਿਟੀਆਂ ਦੇ ਹੋਣ, ਕੰਪੀਟੀਸ਼ਨ ਦੇ ਹੋਣ, ਉਹ 'ਚ ਕੁੜੀਆਂ ਟੌਪਰ ਨੇ ਮੈਜੋਰਿਟੀ। ਜੇ ਤੁਸੀਂ ਯੂਨੀਵਰਸਿਟੀਆਂ ਦੇ ਹੋਸਟਲ ਦੇਖਦੇ ਹੋ, 20 ਸਾਲ ਪੁਰਾਣਾ ਹੋਸਟਲ ਤੇ ਅੱਜ ਦੇ ਹੋਸਟਲ ਤਬਦੀਲ ਹੋ ਗਏ, 70-30 ਦੀ ਰੇਸ਼ੋ ਉਲਟ ਗਈ। ਪਹਿਲਾਂ ਮੁੰਡੇ 70% ਸੀ, ਕੁੜੀਆਂ 30% ਸੀ। ਹਾਂ, ਦਿੱਲੀ ਯੂਨੀਵਰਸਿਟੀ ਦੀ ਆਇਸ਼ੀ ਘੋਸ਼ ਬਣੀ ਰਹੀ ਹੈ, ਪ੍ਰੈਜ਼ੀਡੈਂਟ ਬਣੀ ਹੈ, ਤੇ ਆਪਣੇ ਪੰਜਾਬ ਯੂਨੀਵਰਸਿਟੀ ਦੀ ਪਿਛਲੇ ਵਰੇ ਆਪਣੀ ਉਹ ਕੁੜੀ ਨਿੱਕੀ ਪੱਟੀ ਵਾਲੀ ਉਹ ਬਣੀਆਂ ਨੇ, ਤਾਂ ਐਕਸੈਪਸ਼ਨਲ ਕੇਸ ਨੇ। ਐਕਸੈਪਸ਼ਨਲ ਕੇਸ ਨੇ, ਪਰ ਮਤਲਬ ਇੱਕ ਤਬਦੀਲੀ ਤਾਂ ਆ ਰਹੀ ਹੈ। ਉਹ ਟ੍ਰੈਂਡ ਨਹੀਂ ਹੈ, ਉਹ ਐਕਸੈਪਸ਼ਨਲ ਕੇਸ ਨੇ। ਅਜੇ ਵੀ ਉਹਨਾਂ ਨੂੰ ਪ੍ਰੋਬਲਮ ਜਾ ਰਹੀਆਂ ਨੇ ਜਿਹੜੀਆਂ ਬਣ ਤਾਂ ਗਈਆਂ, ਪਰ ਅਜੇ ਜਿਹੜੀਆਂ ਆਰਗੇਨਾਈਜੇਸ਼ਨਾਂ 'ਚ ਜਿਸ ਲੈਵਲ ਦੀ ਖਿੱਚ ਧੂ ਹੈ, ਜਿਹੜਾ ਮਰਦ ਡੋਮੀਨੇਟਡ ਇੱਕ ਐਟੀਚਿਊਡ ਹੈ, ਉਹਦੀਆਂ ਸਮੱਸਿਆਵਾਂ ਨੇ। ਪਰ ਮੈਂ ਇਹ ਕਹਿ ਰਿਹਾ ਕਿ ਸਮਾਜ ਨੂੰ ਕਿਉਂ ਬਦਲਣ ਦੀ ਲੋੜ ਹੈ, ਆਪਣੀ ਧਾਰਨਾ ਉਹ ਇਸ ਤਰ੍ਹਾਂ ਬਦਲਣ ਦੀ ਲੋੜ ਹੈ ਕਿ ਇਦੋਂ ਪਹਿਲਾਂ ਕੁੜੀਆਂ ਨੂੰ ਪੜ੍ਹਨ ਵੀ ਨਹੀਂ ਸੀ ਦਿੰਦੇ, ਭੇਜਦੇ ਨਹੀਂ ਸੀ ਦੂਰ ਐ, ਤੇ ਹੁਣ ਤਾਂ ਕੁੜੀਆਂ ਸਾਰੇ ਵਿਦੇਸ਼ ਜਾਂਦੇ ਨੇ ਲੋਕ। ਇਦੋਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਕੀ ਸੀ? ਪੰਜਾਬ 'ਚ ਵੱਡਾ ਮੁੱਦਾ ਇਹ ਸੀ ਕਿ 40-40, 50-50 ਸਾਲ ਦੇ ਕਲਫ ਲਾ ਕੇ ਆ ਜਾਂਦੇ ਸੀ ਜੰਗ ਨੌਜਵਾਨ ਕੁੜੀਆਂ, ਉਹਨਾਂ ਨਾਲ ਵਿਆਹ ਦਿੰਦੇ ਸੀ ਵਿਦੇਸ਼ ਜਾਣ ਦੇ ਲਈ, ਜਿਹੜੀਆਂ ਹਜ਼ਾਰਾਂ ਕੁੜੀਆਂ ਰੋਂਦੀਆਂ ਰਹੀਆਂ ਇੱਥੇ ਇਸ ਲੈਵਲ। ਪਰ ਹੁਣ ਇਹ ਤਾਂ ਉਲਟ ਹੋ ਗਿਆ, ਜਦੋਂ ਦਾ ਸਟੂਡੈਂਟ ਵੀਜ਼ਾ ਖੁੱਲ੍ਹਿਆ, ਆਈਲੈਟਸ ਕੁੜੀਆਂ ਕਰ ਰਹੀਆਂ ਨੇ, ਹੁਣ ਮੁੰਡੇ ਵਾਲੇ ਕੁੜੀਆਂ ਲੱਭ ਰਹੇ ਨੇ ਵੀ ਪੈਸੇ ਅਸੀਂ ਖਰਚ ਕਰ ਦਾਂਗੇ ਤੇ ਤੁਸੀਂ ਸਾਨੂੰ ਬਾਇੰਡ ਵਾਲੀ ਕੁੜੀ ਦੇ ਦਿਓ। ਤੇ ਇਹੋ ਜਿਹੀਆਂ ਠੱਗੀਆਂ ਹੁਣ ਕੁੜੀਆਂ ਵਾਲੇ ਪਾਸੇ ਵੀ ਸ਼ੁਰੂ ਹੋ ਗਈਆਂ, ਉਹ ਮੁੰਡੇ ਵਾਲੇ ਮੈਨੂੰ ਤਾਂ ਲੱਗਦਾ ਸ਼ੁਰੂ ਹੋ ਗਈਆਂ। ਠੀਕ ਹੈ, ਉਹਨਾਂ ਨੇ ਬਹੁਤ ਸਾਰੇ ਠੱਗੀ ਚੱਲੀ ਹੈ, ਪਰ ਉਹ ਵਾਜਬ ਤਾਂ ਨਹੀਂ ਠੱਗੀ ਹੁੰਦੀ। ਪਰ ਮੈਂ ਜਦੋਂ ਇੱਕ ਤਬਕੇ ਦੇ ਤੌਰ ਤੇ ਗੱਲ ਕਰਦਾ, ਤਾਂ ਜਦੋਂ ਕੁੜੀਆਂ ਨੂੰ ਇੱਕ ਮੌਕਾ ਮਿਲਿਆ, ਉਹਨਾਂ ਨੇ ਸਾਬਤ ਕਰਕੇ ਦਿਖਾਇਆ ਹਰ ਫੀਲਡ 'ਚ। ਉਹ ਪੁਲਿਸ 'ਚ ਗਈਆਂ ਨੇ, ਉਹ ਟੀਚਰ ਬਣੀਆਂ ਨੇ, ਉਹ ਜਿੱਥੇ ਵੀ ਗਈਆਂ ਨੇ, ਤਾਂ ਉਹ ਪਿੰਡ ਦੀ ਸਰਪੰਚੀ, ਪੰਚੀ, ਹੋਰ ਚੀਜ਼ਾਂ ਕਿਉਂ ਨਹੀਂ ਕਰ ਸਕਦੇ? ਬਹੁਤ ਬਿਹਤਰ ਚਲਾ ਸਕਦੀਆਂ ਨੇ, ਬਿਹਤਰ ਤਰੀਕੇ ਨਾਲ ਹੋ ਸਕਦਾ। ਤੁਸੀਂ ਉਹਨੂੰ ਜੇ ਇੱਕ ਰਾਹ ਤਾਂ ਤੁਸੀਂ ਖੋਲ੍ਹਤਾ, ਉਹਨਾਂ ਨੂੰ ਪੜ੍ਹਨ ਦੇਤਾ, ਉਹਨਾਂ ਨੂੰ ਵਿਦੇਸ਼ ਜਾਣ ਦੇਤਾ, ਉਹਨਾਂ ਨੂੰ ਵੱਡੇ ਪੱਧਰ ਤੇ ਕਰਤਾ, ਤਾਂ ਇੱਥੇ ਵੀ ਘੱਟੋ ਘੱਟ ਤੁਹਾਡੀ ਛਤਰ ਛਾਇਆ ਹੇਠ, ਤੁਹਾਡੀ ਦੇਖ ਰੇਖ ਹੇਠ ਆਪਣੇ ਪਿੰਡਾਂ 'ਚ ਤੁਹਾਡੀਆਂ ਨੂੰਹਾਂ ਧੀਆਂ ਸਰਪੰਚੀ ਪੰਚੀ ਕਰਨਗੀਆਂ, ਤਾਂ ਤੁਹਾਨੂੰ ਮਾਣ ਹੋਏਗਾ ਜ਼ਿਆਦਾ। ਕਿਤੇ ਦੂਰ ਤਾਂ ਉਹ ਆਪਦੇ ਆਪ ਜੂਝ ਹੀ ਰਹੀਆਂ ਨੇ। ਇੱਕ ਤਾਂ ਇਹ ਸਮਾਜਿਕ ਤਬਦੀਲੀ ਦੀ ਬਹੁਤ ਵੱਡੀ ਲੋੜ ਹੈ। ਇਹਦੇ 'ਚ ਔਰਤਾਂ ਨੂੰ ਆਪਣਾ ਮਾਈਂਡ ਵੀ ਬਦਲਣਾ ਪਏਗਾ। ਮੈਜੋਰਿਟੀ ਔਰਤਾਂ ਦਾ ਮਨ ਵੀ ਜਿਹੜੀ ਮੇਲ ਡੋਮੀਨੇਟਡ ਧਾਰਨਾ ਉਹਦੇ ਨਾਲ ਹੀ ਜੁੜਿਆ ਹੁੰਦਾ, ਔਰ ਉਹ ਵੀ ਕਹਿੰਦੇ ਕੁੜੀਏ ਤੂੰ ਕਿੱਥੇ ਜਾਏਂਗੀ, ਛੱਡ ਪਰਾਂ, ਤੂੰ ਬੰਦਿਆਂ 'ਚ ਬੈਠੇਂਗੀ, ਉੱਥੇ ਪੰਚਾਇਤ 'ਚ ਜੇ ਕਰੇਂਗੀ ਉਹ ਕਰੇਂਗੀ, ਉਹ ਸਾਰੀਆਂ ਚੀਜ਼ਾਂ ਨੇ। ਇੱਕ ਤਾਂ ਉਹਨੂੰ ਤਬਦੀਲ ਕਰਨਾ, ਥਾਣਿਆਂ 'ਚ ਰੁਲੇਂਗੀ, ਥਾਣਿਆਂ 'ਚ ਜਾਣਾ ਪੈਂਦਾ। ਉਹ ਡਰਾਉਂਦੇ ਨੇ, ਇਹ ਗੱਲ ਨਹੀਂ ਕਹਿੰਦੇ ਹੈਗੇ ਕਿ ਥਾਣਿਆਂ 'ਚ ਉੱਥੇ ਐਂ ਹੁੰਦਾ, ਉਹ ਹੁੰਦਾ, ਪ੍ਰੋਫਾਈਲ ਹੀ ਬਦਲ ਜਾਏਗਾ। ਮੈਨੂੰ ਇਹ ਲੱਗਦਾ ਵੀ ਥਾਣਿਆਂ 'ਚ ਆਵਾਜ਼ ਹੋਣੀ ਚਾਹੀਦੀ ਕਿ 50% ਔਰਤਾਂ ਹੋਣੀਆਂ ਚਾਹੀਦੀਆਂ ਨੇ ਥਾਣਿਆਂ ਦੇ ਵਿੱਚ ਵੀ। ਜੇ 50% ਆਬਾਦੀ ਔਰਤਾਂ ਦੀ ਆ ਤਾਂ ਮੁਲਾਜ਼ਮ ਕਿਉਂ ਨਹੀਂ 50%? ਤਾਂ ਬਾਕੀ ਜਗ੍ਹਾ 'ਚ ਵੀ 50%। ਜਦੋਂ ਬਰਾਬਰਤਾ ਦੇ ਵਿੱਚ ਤਾਦਾਦ ਆ ਜਾਂਦੀ ਹੈ ਤਾਂ ਉਹਦੇ 'ਚ ਨਾ ਮਾਹੌਲ ਹੀ ਹੋਰ ਹੋ ਜਾਂਦਾ। ਜਦੋਂ ਕੋਈ ਘੱਟ ਗਿਣਤੀ, ਇੱਕ ਮੁੰਡੇ ਨੂੰ ਤੁਸੀਂ 50 ਕੁੜੀਆਂ ਦੇ ਵਿੱਚ ਛੱਡ ਦਿਓ, ਉਹਦਾ ਚਿਹਰਾ ਦੇਖਣਾ ਕੀ ਹਾਲ ਹੋਏਗਾ। ਕਿਉਂਕਿ ਜਦੋਂ ਸੰਤੁਲਨ ਬਦਲਦਾ, ਤਵਾਜ਼ਨ ਬਦਲਦਾ, ਉਹ ਇੱਕ ਤਾਕਤ ਦੇ ਨਾਲ ਜਾਂ ਸਮਰੱਥਾ ਦੇ ਨਾਲ ਜਾਂ ਜਿਹੜੀ ਗਿਣਤੀ ਦੇ ਨਾਲ ਬਦਲਦਾ। ਇਸ ਕਰਕੇ ਉਹ ਤੁਸੀਂ ਮਾਹੌਲ ਬਦਲਣ ਦਾ ਸਵਾਲ ਹੈ। ਦੂਜਾ ਜਿਹੜਾ ਸ਼ਾਮਲਾਟ ਦਾ ਸਵਾਲ, ਸ਼ਾਮਲਾਟ ਪਿੰਡਾਂ ਦੀ ਵਿਰਾਸਤ ਹੈ। ਵਿਰਾਸਤ ਵੇਚੀ ਜਾਂ ਖਰੀਦੀ ਨਹੀਂ ਜਾ ਸਕਦੀ ਹੁਣ ਕਿਸੇ ਵੀ ਰੂਪ 'ਚ। ਇੱਕ ਜ਼ਮਾਨੇ 'ਚ ਸਿਆਣੇ ਲੋਕਾਂ ਨੇ, ਕਦੇ ਦੇਖੋ ਤੁਸੀਂ ਸਦੀਆਂ ਪਹਿਲਾਂ, ਉਹਨਾਂ ਨੂੰ ਅਸੀਂ ਅਨਪੜ੍ਹ ਕਹਿੰਦੇ ਹਾਂ, ਉਹਨਾਂ ਦੇ ਦਿਮਾਗਾਂ ਦੇ ਵਿੱਚ ਕਿੰਨੀ ਵਿਜ਼ਡਮ ਹੋਏਗੀ ਕਿ ਨਹੀਂ ਕੋਈ ਚੀਜ਼ ਸਾਂਝੀ ਵੀ ਰੱਖਣੀ ਜ਼ਰੂਰੀ ਹੈ। ਹੋ ਸਕਦਾ ਸਾਲਾਂ ਤੱਕ ਕਿਹੜੇ ਚੀਜ਼ ਦੀ ਲੋੜ ਪੈ ਜੇ, ਉਹਨਾਂ ਨੂੰ ਕੋਈ ਸਕੂਲ ਬਣਾਉਣ ਦੀ ਲੋੜ ਪੈ ਜੇ, ਉਹਨਾਂ ਨੂੰ ਕੋਈ ਹਸਪਤਾਲ ਬਣਾਉਣ ਦੀ ਲੋੜ ਪੈ ਜੇ, ਉਹਨਾਂ ਨੂੰ ਕੋਈ ਹੋਰ ਚੀਜ਼ਾਂ ਦੀ ਲੋੜ ਪੈ ਜੇ। ਔਰ ਉਹਦੇ ਨਾਲ ਨਾਲ ਇਹ ਵੀ ਰੱਖਿਆ ਕਿ ਜਿਹੜੇ ਬੇਜ਼ਮੀਨੇ ਨੇ ਤੇ ਦਲਿਤ ਨੇ, ਉਹਨਾਂ ਨੂੰ 1/3 ਰੱਖਵੀਂ ਵੀ ਰੱਖ ਦਿਓ ਤਾਂ ਕਿ ਉਹਨਾਂ ਦਾ ਉਹਦੇ 'ਤੇ ਹੱਕ ਹੋਵੇ, ਉਹਨਾਂ ਕੋਲ ਬਿਲਕੁਲ ਨਹੀਂ ਹੋਏਗਾ ਜੀ। ਤੇ ਇਸ ਸਾਰੇ ਕੰਮ ਦੇ ਵਿੱਚ ਸਾਡੇ ਰਜਿਸਟੈਂਸ ਹੈ ਇਸ ਮਾਮਲੇ ਦੇ ਵਿੱਚ ਵੀ ਹੈ ਜੀ। ਔਰ ਜਿਹੜੇ ਵੀ ਦਲਿਤ ਪਰਿਵਾਰ ਇਹ ਲੜਾਈ ਲੜ ਰਹੇ ਨੇ ਕਿ 1/3 ਸਾਮਲਾਟ ਹੈ, ਘੱਟੋ ਘੱਟ ਠੇਕੇ ਤੇ ਸਾਨੂੰ ਲੈਣ ਦਿਓ, ਉਹਨੂੰ ਵੀ ਟਕਰਾਅ 'ਚ ਆਉਣਾ ਪੈਂਦਾ, ਉਹਦੇ ਨਾਲ ਵੀ ਜੇਲ੍ਹਾਂ 'ਚ ਜਾਣਾ ਪੈਂਦਾ, ਉਹਨੂੰ ਵੀ ਸੰਘਰਸ਼ ਲੜਨੇ ਪੈ ਰਹੇ ਨੇ। ਕਿਉਂ ਨਹੀਂ ਇੰਨਾ ਕੁ ਮੁਖਲਾਪਣ ਕਰਦੇ ਆਪਣੀਆਂ ਸੋਚਾਂ ਦਾ, ਪ੍ਰਸ਼ਾਸਨਿਕ ਤਰੀਕੇ ਦਾ ਵੀ, ਕਿ ਜੋ ਸੰਵਿਧਾਨ ਨੇ ਲਿਖਤਾ, ਕਾਨੂੰਨ ਨੇ ਲਿਖਤਾ, ਉਹ ਤਾਂ ਲਾਗੂ ਕਰੋ, ਬਾਕੀ ਉਦੋਂ ਬਾਅਦ ਦੀ ਗੱਲ ਹੈ। ਹੁਣ ਜਿਹੜੀ ਇਹ ਸਾਮਲਾਟ ਦਾ ਫੈਸਲਾ ਕੀਤਾ ਕਿ ਸਾਰੀ ਜ਼ਮੀਨ ਜਿਹੜੀ ਹੈ ਉਹ ਇਹ ਦਿੱਤੀ ਜਾ ਸਕੇਗੀ ਅੱਗੇ ਤੋਂ ਅੱਗੇ ਜਾ ਕੇ ਇੰਡਸਟਰੀ ਨੂੰ, ਉਦਯੋਗਾਂ ਨੂੰ, ਇਹ ਹੋਰ ਇਸ ਲਈ ਖਤਰਨਾਕ ਹੈ ਬਹੁਤ ਜ਼ਿਆਦਾ, ਕਿਉਂਕਿ ਤੁਹਾਨੂੰ 25% ਪੈਸਾ ਮਿਲੂਗਾ। ਸਰਕਾਰ ਕਹਿੰਦੀ ਆ ਬਾਕੀ ਦਾ ਪੈਸਾ ਹੌਲੀ ਹੌਲੀ ਫੇਰ ਦੇਵਾਂਗੇ। ਹੌਲੀ ਹੌਲੀ ਕੌਣ ਪੈਸੇ ਦੇਊਗਾ? ਔਰ ਇੱਕ ਅਜੀਬ ਫਾਰਮੂਲਾ ਹੈ, ਉਹਨੇ ਇਹ ਕਹਿਤਾ ਹੈ
ਕਿ ਤੁਸੀਂ ਜੇਕਰ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੇ ਬੰਦਿਆਂ ਨੂੰ ਜ਼ਮੀਨ ਹੀ ਚਾਹੀਦੀ ਹੈ, ਇਹ ਸਾਨੂੰ ਦੇ ਦਿਓ, ਤੁਸੀਂ ਕਿਤੇ ਹੋਰ ਲੈ ਲਓ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਰਾਜਪੁਰੇ ਦੀ ਜ਼ਮੀਨ ਤੁਸੀਂ ਲੈ ਲਓ, ਉਸ ਪਿੰਡ 'ਚ ਉਹ ਰਹਿੰਦਾ, ਉਹਨੂੰ ਜ਼ਮੀਨ ਤੇ ਉਹ ਵਰਤੋਂ ਕਰ ਰਿਹਾ, ਉਹ ਜਾ ਕੇ ਕਿੱਥੇ ਫਾਜ਼ਿਲਕਾ ਲੈ ਲੇਗਾ ਜ਼ਮੀਨ? ਇਹ ਤਾਂ ਤੁਹਾਡੇ ਵਾਲੀ ਜ਼ਮੀਨ ਨੂੰ ਫਿਰ ਉਹ ਜ਼ਮੀਨ ਦਾ ਮਤਲਬ ਹੈ ਕੋਈ ਨਹੀਂ। ਹਮੀਰ ਸਿੰਘ ਜੀ, ਇਹ ਤਾਂ ਪਿੰਡ ਨੂੰ ਤੋੜਨ ਦਾ ਤੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲੋਂ ਪੁੱਟਣ ਦਾ, ਤੋੜਨ ਦਾ, ਅਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹਦੀ ਇੱਕ ਭਾਵਨਾਤਮਕ ਸਾਂਝ ਹੁੰਦੀ ਹੈ ਪਿੰਡ ਨਾਲ, ਪਿੰਡ ਦੀ ਭੋਂ ਨਾਲ ਤੇ ਪਿੰਡ ਦੇ ਸੱਭਿਆਚਾਰ ਨਾਲ, ਇਹ ਉਹਨੂੰ ਬਿਲਕੁਲ ਹੀ ਇਮੋਸ਼ਨਲ ਤੇ ਸੋਸ਼ਲੀ ਇਹ ਡਿਸਪਲੇਸ ਕਰਨ ਦਾ, ਉਜਾੜਨ ਦਾ ਤਰੀਕਾ ਨਹੀਂ, ਕਿਧਰੇ ਸਾਜ਼ਿਸ਼ ਤਾਂ ਨਹੀਂ ਹੈ? ਨਹੀਂ, ਉਹ ਤਾਂ ਪਾਲਿਸੀ ਸਾਡੀ ਥਰੂ ਆਊਟ ਵਰਲਡ ਇਹ ਪਾਲਿਸੀ ਹੈ। ਦੁਨੀਆ ਦਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਵਿਕਾਸ ਦਾ ਮਾਡਲ ਹੈ, ਉਹ ਅਰਬਨ ਸੈਂਟਰਿਕ ਮਾਡਲ ਹੈ, ਸ਼ਹਿਰ ਕੇਂਦਰਿਤ ਮਾਡਲ ਹੈ, ਤੇ ਉਹ ਮੁਨਾਫੇ ਤੇ ਯਕੀਨ ਰੱਖਦਾ, ਲੋਕਾਂ ਦੀ ਬਰਾਬਰੀ ਤੇ ਲੋਕਾਂ ਦੀ ਭਲਾਈ 'ਚ ਯਕੀਨ ਨਹੀਂ ਹੈ ਉਹਦਾ। ਮੁਨਾਫਾ ਉਹਦੇ ਲਈ ਨੰਬਰ 1 ਹੈ। ਆ ਹੁਣ ਜਿੰਨੀਆਂ ਸੰਸਥਾਵਾਂ ਨੇ ਲਾਕਡਾਊਨ ਹੋ ਰਿਹਾ, ਧੜਾ ਧੜ ਬੰਦੇ ਕੱਢ ਰਹੀਆਂ ਨੇ, ਉਹ ਸੰਸਥਾਵਾਂ ਵੀ ਬੰਦੇ ਕੱਢ ਰਹੀਆਂ ਨੇ ਜਿਨ੍ਹਾਂ ਕੋਲ ਅਮਨ ਮੱਤਾ ਪੈਸਾ ਕਮਾਇਆ ਹੋਇਆ ਇੰਨੇ ਸਾਲਾਂ ਦਾ, ਤੇ ਉਹਨਾਂ ਲੋਕਾਂ ਦੇ ਸਿਰ, ਕਿਰਤੀਆਂ ਦੇ ਸਿਰ ਤੇ ਹੀ ਕਮਾਇਆ ਉਹਨਾਂ ਨੇ। ਉਸ ਸਿਰ ਸਾਲ 6 ਮਹੀਨੇ ਘੱਟੋ ਘੱਟ ਇੰਨਾ ਵੀ ਬਰਦਾਸ਼ਤ ਨਹੀਂ ਕਰ, ਉਹਨਾਂ ਦਾ ਪ੍ਰੋਫਿਟ ਹੀ ਘਟ ਰਿਹਾ, ਘਾਟਾ ਨਹੀਂ ਬਹਿ ਰਿਹਾ, ਪ੍ਰੋਫਿਟ ਘਟ ਰਿਹਾ। ਤੁਸੀਂ ਉਹਨਾਂ ਚਿਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੋ। ਤੁਸੀਂ ਇਹਦਾ ਮਤਲਬ ਬੰਦਾ ਤੁਹਾਡੇ ਲਈ ਮਾਨੇ ਨਹੀਂ ਰੱਖਦਾ, ਤੁਹਾਡੇ ਲਈ ਸਰਮਾਇਆ ਮਾਨੇ ਰੱਖਦਾ ਆਪਣੇ ਢੰਗ ਨਾਲ। ਹੁਣ ਖਾਸ ਤੌਰ ਤੇ ਕਰੋਨਾ ਵਾਇਰਸ ਨੇ, ਜੇ ਨਾ ਸਿੱਖੋ ਤਾਂ ਕਿਸੇ ਤੋਂ ਵੀ ਨਾ ਸਿੱਖੋ, ਪਰ ਇਹਦੇ ਤੋਂ ਚੀਜ਼ ਸਿੱਖੀ ਜਾ ਸਕਦੀ ਹੈ। ਜਿਹੜੇ ਲੋਕ ਪਿੰਡ ਦੀ ਗਰੀਬੀ ਦੇ ਮਾਰੇ ਹੋਏ, ਤੁਸੀਂ ਮਾਡਲ ਇਹੋ ਜਿਹਾ ਬਣਾਤਾ ਕਿ ਪਿੰਡ ਗਰੀਬ ਰਹੂਗਾ, ਕਿਸਾਨ ਤੇ ਮਜ਼ਦੂਰ ਕਰਜ਼ੇ ਕਰਕੇ ਖੁਦਕਸ਼ੀ ਕਰੂਗਾ, ਖੇਤੀ ਘਾਟੇ ਬੰਦੇ ਬਣ ਜਾਏਗੀ, ਲੋਕ ਖੇਤੀ ਛੱਡ ਜਾਣਗੇ। ਅਮਰੀਕਾ ਵਗੈਰਾ 'ਚ ਖੇਤੀ ਛੱਡ ਚੁੱਕੇ ਨੇ, ਸਾਰਾ 20-22 ਹਜ਼ਾਰ ਬੰਦਾ ਖੇਤੀ ਤੇ ਰਹਿ ਗਿਆ, ਬਾਕੀ ਦੇ ਲੋਕ ਵੀ ਕਰ ਰਹੇ ਨੇ। ਤੇ ਤੁਸੀਂ ਜ਼ਬਰਦਸਤੀ ਫੋਰਸਫੁਲੀ ਮਾਈਗ੍ਰੇਸ਼ਨ ਕਰਵਾਈ ਪਿੰਡਾਂ ਤੋਂ ਸ਼ਹਿਰਾਂ ਵੱਲ, ਇੱਕ ਸੂਬੇ ਤੋਂ ਦੂਜੇ ਸੂਬੇ ਵੱਲ, ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ, ਇਹ ਸਾਰੀਆਂ ਹੋਈਆਂ। ਹੁਣ ਆਇਆ ਕਰੋਨਾ। ਕਰੋਨਾ ਤੋਂ ਬਾਅਦ ਜਦੋਂ ਲਾਕਡਾਊਨ ਹੋ ਗਿਆ, ਉਹ ਕਰੋੜਾਂ ਮਜ਼ਦੂਰਾਂ ਨੂੰ ਕਿਸੇ ਸ਼ਹਿਰ ਨੇ ਸਾਂਭਿਆ? ਨਹੀਂ। ਕਿਸੇ ਸ਼ਹਿਰ ਦੀ ਸਰਕਾਰ ਨੇ ਸਾਂਭਿਆ, ਕਿਸੇ ਐਡਮਿਨਿਸਟ੍ਰੇਸ਼ਨ ਨੇ ਸਾਂਭਿਆ, ਕਿਸੇ ਉਦਯੋਗਪਤੀ ਨੇ ਸਾਂਭਿਆ? ਉਹ ਬੰਦੇ ਕੀ ਕਰਦੇ ਨੇ ਫਿਰ? ਉਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਜੇ ਅਜੇ ਵੀ ਹੁਣ ਜੇ ਮਰਨਾ ਵੀ ਹੈ ਕਿਤੇ ਜਾ ਕੇ, ਤਾਂ ਆਪਾਂ ਪਿੰਡ ਚੱਲੀਏ। ਕਰੋੜਾਂ ਬੰਦਾ ਪੈਦਲ ਚੱਲ ਪਿਆ, ਕੋਈ 2900 ਕਿਲੋਮੀਟਰ ਇੱਕ ਤਾਂ ਪੈਦਲ ਚੱਲ ਕੇ ਖਬਰ ਆਈ ਹੈ, ਕੋਈ 500 ਕਿਲੋਮੀਟਰ ਪੈਦਲ ਚੱਲ ਕੇ ਗਿਆ। ਉਹਨਾਂ ਨੂੰ ਵੀ ਅਸੀਂ ਡੰਡਿਆਂ ਨਾਲ, ਕੁਝ ਰਸਤੇ 'ਚ ਵੀ ਮਰੇ ਨੇ, ਅਸੀਂ ਡੰਡਿਆਂ ਨਾਲ ਰੋਕ ਰਹੇ ਹਾਂ। ਉਹਨਾਂ ਨੂੰ ਕਿਹਾ ਤੂੰ ਸੂਬੇ ਦੀ ਹੱਦ ਨਹੀਂ ਪਾਰ ਕਰ ਸਕਦਾ, ਤੈਨੂੰ ਇੱਥੇ ਰੋਕ ਰਹੇ ਹਾਂ। ਤੁਸੀਂ ਇੱਕ ਭਾਵਨਾ ਤਾਂ ਸਮਝੋ, ਪਿੰਡ ਕਮਜ਼ੋਰ ਹੈ, ਗਰੀਬ ਹੈ, ਪਰ ਉਹ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਹੈ ਵੀ ਜਿਹੋ ਜਿਹੇ ਹੈਗੇ ਉਹੋ ਜਿਹੇ ਇਕੱਠੇ ਮਰਾਂਗੇ। ਲੋਕਾਂ ਨੇ ਪਿੰਡ, ਔਰ ਜੇ ਤੁਸੀਂ ਅੱਜ ਵੀ ਦੇਖੋ, ਜਿਹੜੇ ਭੁੱਖਮਰੀ ਦਾ ਸਵਾਲ ਹੈ, ਜਿਹੜਾ ਰਾਸ਼ਨ ਨਹੀਂ ਮਿਲ ਰਿਹਾ, ਉਹਦੀ ਜ਼ਿਆਦਾ ਕੰਪਲੇਂਟ ਸ਼ਹਿਰਾਂ 'ਚ ਹੈ, ਪਿੰਡਾਂ 'ਚ ਨਹੀਂ ਹੈ ਉਸ ਪੱਧਰ ਦੇ ਉੱਤੇ। ਪਿੰਡਾਂ ਦੇ ਲੋਕਾਂ ਨੇ ਫਿਰ ਵੀ ਸਮਰੱਥਾ ਮੁਤਾਬਕ ਇਕੱਠਾ ਦਾਣੇ ਕਰਕੇ ਇੱਕ ਦੂਜੇ ਨੂੰ ਦੇਣ ਦਾ ਜੇ ਉਹ ਕੀਤਾ। ਭਾਈਚਾਰਾ ਕਮਜ਼ੋਰ ਹੋਇਆ, ਪਰ ਅਜੇ ਭਾਈਚਾਰਾ ਮਰਿਆ ਨਹੀਂ, ਟੁੱਟਿਆ ਨਹੀਂ। ਔਰ ਇਸ ਕਰਕੇ ਇਹ ਜ਼ਰੂਰਤ ਹੈ ਕਿ ਜੇ ਤੁਹਾਡਾ ਅਲਟੀਮੇਟ, ਉਹ ਮਜ਼ਦੂਰ ਦੇ ਸਾਹਮਣੇ ਜਦੋਂ ਕੋਈ ਮੈਕ ਕਰਦਾ, ਉਹ ਕੀ ਕਹਿੰਦਾ? ਉਹ ਕਹਿੰਦਾ ਜੇ ਮਰਨਾ ਹੀ ਆ ਤਾਂ ਆਪਣੇ 'ਚ ਤਾਂ ਜਾ ਕੇ ਮਰੀਏ, ਇੱਥੇ ਮਰ ਕੇ ਵੀ ਕੀ ਕਰਾਂਗੇ, ਕਿਸੇ ਨੇ ਚੱਕਣਾ ਵੀ ਨਹੀਂ ਜਿੱਥੇ ਮਰ ਜੇ। ਇੱਕ ਜਜ਼ਬਾਤ ਹੈ ਜਿਹੜਾ ਅਜੇ ਸ਼ਹਿਰ ਨੇ ਪੈਦਾ ਨਹੀਂ ਕੀਤਾ, ਸ਼ਹਿਰ ਦੀ ਸਿਵਲਾਈਜੇਸ਼ਨ ਨੇ ਪੈਦਾ ਨਹੀਂ ਕੀਤਾ, ਕਿ ਆਪਣਾਪਣ, ਆਪਣੇਪਣ ਦਾ ਅਹਿਸਾਸ, ਆਪਣੇ ਰੂਟਸ ਨਾਲ ਜੁੜੇ ਹੋਣ ਦੀ ਗੱਲ। ਔਰ ਹੁਣ ਪਾਲਿਸੀ ਚੇਂਜ ਦੀ ਲੋੜ ਹੈ ਪੂਰੀ, ਕਿ ਤੁਸੀਂ ਖੇਤੀ ਕਿਵੇਂ ਪ੍ਰੋਫਿਟੇਬਲ ਬਣਾਉਣੀ ਹੈ, ਪਿੰਡ ਕਿਵੇਂ ਡਿਵੈਲਪ ਕਰਨਾ ਹੈ, ਬਿਲਕੁਲ। ਅੱਛਾ, ਜੇ ਨਾਲ ਵੀ ਬਾਕੀ ਨਾਲ ਵੀ। ਔਰ ਜਿਹੜੇ ਲੋਕ ਇਸੇ ਲਈ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ, ਜਿਹੜੇ ਲੋਕ ਕਹਿੰਦੇ ਸੀ ਪਿੰਡ ਵਿਲਨ ਹੈ ਪਾਣੀ ਬਰਬਾਦ ਕਰਨ ਦਾ ਤੇ ਵਾਤਾਵਰਨ ਖਰਾਬ ਕਰਨ ਦਾ, ਕਿੱਥੇ ਹੈ ਜੀ? ਪਿੰਡ ਦਾ ਸਾਰਾ ਸਾਫ਼ ਹੈ, ਤੁਹਾਡੇ ਕਾਰੋਬਾਰ ਪਿੰਡ 'ਚ ਤਾਂ ਹੁਣ ਵੀ ਇੱਕ ਵਾਢੀ ਚੱਲਦੀ ਹੈ। ਬਾਕੀ ਖੇਤੀ ਤਾਂ ਚੱਲ ਰਹੀ ਹੈ, ਆਪਾਂ ਤੇ ਬਾਰ-ਬਾਰ ਕਹਿ ਰਹੇ ਹਾਂ ਕਿ ਖੇਤੀ ਹੋ ਰਹੀ ਹੈ, ਖੇਤੀ ਦਾ ਕੁਝ ਵੀ ਨਹੀਂ ਰੁਕਿਆ, ਮੰਡੀਆਂ 'ਚ ਫਸਲ ਵੀ ਵਿਕ ਰਹੀ ਹੈ, ਤੇ ਪਰ ਧਰਤੀ, ਹਵਾ, ਪਾਣੀ, ਨਦੀਆਂ ਸਾਫ਼ ਨੇ। ਇਹ ਗੱਲ ਬਹੁਤ ਜ਼ੋਰ-ਸ਼ੋਰ ਨਾਲ ਕਹਿਣ ਦੀ ਲੋੜ ਹੈ ਕਿ ਜਿਹੜੇ ਖਲਨਾਇਕ ਨੇ, ਪ੍ਰਦੂਸ਼ਣ ਕਰਨ ਵਾਲੇ, ਧਰਤੀ, ਹਵਾ, ਪਾਣੀ ਨੂੰ ਪਲੀਤ ਕਰਨ ਵਾਲੇ, ਨਦੀਆਂ ਨੂੰ ਪਲੀਤ ਕਰਨ ਵਾਲੇ, ਉਹ ਕਾਰਕ ਹੀ ਹੋਰ ਨੇ, ਉਹ ਤਾਂ ਇਸ ਵੇਲੇ ਅੰਦਰ ਬੰਦ ਨੇ। ਇਹਦੇ ਲਈ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਡਾ ਰੋਲ ਸਾਡੇ ਬੁੱਧੀਜੀਵੀ ਕਲਾਸ ਦਾ। ਬੁੱਧੀਜੀਵੀ ਕਲਾਸ ਪਿੰਡ ਨਾਲੋਂ ਆਪਣੇ ਆਪ ਨੂੰ ਤੋੜ ਚੁੱਕੀ ਹੈ। ਸਿਆਸਤਦਾਨਾਂ ਨੇ ਤਾਂ ਪਹਿਲਾਂ ਹੀ ਤੋੜ ਲਿਆ, ਪਾਲਿਸੀ ਨੇ ਪਹਿਲਾਂ ਹੀ ਤੋੜ ਲਿਆ, ਤੇ ਜਿਹੜਾ ਬੰਦਾ ਉੱਥੋਂ ਚੱਕ ਕੇ ਸ਼ਹਿਰ 'ਚ ਆ ਗਿਆ, ਉਹਨੇ ਵੀ ਪਿੰਡ ਛੱਡਤਾ। ਪਿੰਡ ਕੇਵਲ ਠੇਕਾ ਲੈਣ ਜਾਂਦਾ ਜਾਂ ਬਾਕੀ ਚੀਜ਼ਾਂ ਕਰਦਾ, ਪਿੰਡ ਛੱਡ ਚੁੱਕੇ। ਜੇ ਬੌਧਿਕ ਕਲਾਸ ਪਿੰਡ ਨਾਲ ਮੈਂਟਲੀ ਦੁਬਾਰਾ ਜੁੜ ਗਈ, ਔਰ ਪਿੰਡ ਦੀ ਗਾਈਡੈਂਸ ਅੱਗੇ ਮਾਸਟਰ ਜੀ ਦੀ ਕਿੰਨੀ ਬੁੱਕ ਸੀ ਪਿੰਡ ਦੇ ਵਿੱਚ, ਮਾਸਟਰ ਜੀ ਕਿਉਂਕਿ ਬੱਚਿਆਂ ਨੂੰ, ਛੋਟਿਆਂ ਨੂੰ ਗਾਈਡ ਕਰਦੇ ਸੀ, ਗੱਲ ਕਰਦੇ ਸੀ, ਜਿਹੜਾ ਕੋਈ ਸੰਕਟ ਆ ਗਿਆ ਉਹਦੇ 'ਚ ਰਾਏ ਦਿੰਦੇ ਸੀ। ਤੇ ਹੁਣ ਮਾਸਟਰ ਜੀ ਸ਼ਹਿਰ 'ਚੋਂ ਪੜ੍ਹਾਉਣ ਜਾਂਦਾ, ਪਹਿਲਾਂ ਪਿੰਡ 'ਚੋਂ ਪੜ੍ਹਾ ਕੇ ਸ਼ਹਿਰ 'ਚ ਜਾਂਦਾ ਸੀ ਮਾਸਟਰ ਜੀ। ਇਹ ਤਰੀਕਾ ਬਦਲ ਗਿਆ ਟੋਟਲ, ਇਹਨੂੰ ਬਦਲਣ ਦੀ ਲੋੜ ਹੈ। ਚਾਹੇ ਮਜਬੂਰੀ 'ਚ ਹੁਣ ਸਾਰੇ ਬੰਦੇ ਇੱਕੋ ਦਮ ਪਿੰਡ ਤਾਂ ਨਹੀਂ ਜਾ ਸਕਦੇ, ਪਰ ਮੈਨੂੰ ਇਹ ਲੱਗਦਾ ਕਿ ਉਹ ਪੜ੍ਹੇ ਲਿਖੇ ਨੇ, ਉਹ ਪੰਚਾਇਤੀ ਰਾਜ ਐਕਟ ਪੜ੍ਹਨ, ਉਹ ਗ੍ਰਾਮ ਸਭਾਵਾਂ ਪੜ੍ਹਨ,
ਉਹ ਸ਼ਾਮਲਾਟ ਕੋਈ ਵੀ ਦੁਨੀਆ ਦੀ ਤਾਕਤ, ਕੋਈ ਵੀ ਗੌਰਮੈਂਟ, ਜੇਕਰ ਉਹਨਾਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਅੱਜ ਵੀ ਇਹ ਮਤਾ ਪਾ ਦੇਣ ਕਿ ਮੈਂ ਨਹੀਂ ਦੇਣੀ ਕਮਰਸ਼ੀਅਲ ਐਂਗਲ ਤੋਂ, ਕਿਸੇ ਪਿੰਡ ਦੀ ਜਾਇਦਾਦ ਨਹੀਂ ਕੋਈ ਗੌਰਮੈਂਟ ਲਿਜਾ ਸਕਦੀ ਲੀਗਲੀ। ਅਜੇ ਕੋਈ ਲਾ ਨਹੀਂ ਇਹੋ ਜਿਹਾ ਬਣਿਆ, ਕੋਈ ਲਾ ਉਹਦੇ ਉੱਪਰ ਦੀ ਨਹੀਂ ਜਾ ਸਕਦਾ ਹਜੇ ਤੱਕ। ਇਸ ਲਈ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਐਕਟਿਵ ਹੋਣਾ ਪਏਗਾ ਜੇਕਰ ਆਪਣੀ ਸ਼ਾਮਲਾਟ ਬਚਾਉਣੀ ਹੈ। ਪੰਚਾਇਤ ਨੂੰ ਡਰਾ ਕੇ ਵੀ ਉਹ ਮਤਾ ਪਵਾ ਲੈਂਦੇ ਨੇ, ਪੰਚਾਇਤ ਨੂੰ ਆਪਦੇ ਪਾਰਟੀਬਾਜ਼ੀ ਕਰਕੇ ਵੀ ਮਤਾ ਪਵਾ ਲੈਂਦੇ ਨੇ, ਪੰਚਾਇਤ ਨੂੰ ਲਾਲਚ ਦੇ ਕੇ ਵੀ ਪਵਾ ਸਕਦੇ ਨੇ। ਪਰ ਸਾਰੇ ਪਿੰਡ ਨੂੰ ਖਰੀਦਣਾ ਤੇ ਡਰਾਉਣਾ ਬੜਾ ਮੁਸ਼ਕਲ ਕੰਮ ਹੁੰਦਾ। ਸਾਰਾ ਪਿੰਡ ਸੰਗਤ ਦਾ ਰੂਪ ਹੈ, ਸੰਗਤ 'ਚ ਬਹੁਤ ਵੱਡੀ ਤਾਕਤ ਜਿਹੜੀ ਉਸ ਲੈਵਲ ਤੇ ਹੁੰਦੀ ਹੈ। ਇਸ ਲਈ ਉਹਨੂੰ ਨੂੰ ਐਜੂਕੇਟ ਕਰਨਾ, ਦੱਸਣਾ ਔਰ ਸਮਰੱਥਾਵਾਨ ਬੰਦੇ ਪੈਦਾ ਕਰਨਾ। ਉਹਨਾਂ ਪਿੰਡਾਂ ਦੀਆਂ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਰੀਅਲ ਸੈਂਸ 'ਚ ਨੁਮਾਇੰਦੇ ਚੁਣਨ ਦੀ ਆਦਤ ਪਾਉਣਾ ਤੇ ਉਹਨਾਂ ਨੂੰ ਆਪਣੇ ਹੱਕਾਂ ਦੇ ਵਾਸਤੇ ਆਪਣੇ ਪਿੰਡ ਦੇ ਲਈ ਲੜਨ ਮਰਨ ਦੇ ਜਜ਼ਬੇ ਨਾਲ ਵੀ ਲੈਸ ਹੋਣਾ। ਇਹ ਜਦੋਂ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਮੇਰੇ ਖਿਆਲ ਹੈ ਪੰਚਾਇਤੀ ਰਾਜ ਦਿਵਸ ਵੀ ਤਾਂ ਹੀ ਮਨਾਉਣ ਦਾ ਫਾਇਦਾ ਠੀਕ ਤਰੀਕੇ ਦੇ ਨਾਲ। ਔਰ ਪਿੰਡਾਂ ਦੇ ਫਿਊਚਰ ਜਾਂ ਭਵਿੱਖ ਜਿਹੜਾ ਕਿ ਭਵਿੱਖ ਹੁਣ ਅਸੀਂ ਸ਼ਹਿਰਾਂ ਦੀ ਗੰਦਗੀ ਵੱਲ ਦੇਖਣਾ ਸ਼ੁਰੂ ਕਰਤਾ ਸੀ। ਵਾਤਾਵਰਨ ਖਰਾਬੀ ਵੀ ਤਾਂ ਰੁਕ ਸਕਦੀ ਹੈ ਜੇ ਡੀਸੈਂਟਰਲਾਈਜੇਸ਼ਨ ਹੋਏਗਾ, ਵਿਕੇਂਦਰੀਕਰਨ ਹੋਏਗਾ। ਔਰ ਜੇਕਰ ਤੁਸੀਂ ਛੋਟੀ ਛੋਟੀ ਆਬਾਦੀ ਨੂੰ ਕੰਟਰੋਲ ਕਰਨਾ ਵੀ, ਉੱਥੇ ਕੋਈ ਚੀਜ਼ ਲਾਗੂ ਕਰਨੀ ਵੀ ਸੌਖੀ ਹੈ ਵੱਡੀਆਂ ਉਹਨਾਂ ਭੀੜਾਂ ਦੇ ਵਿੱਚ। ਔਰ ਇਸੇ ਤਰ੍ਹਾਂ ਹੀ ਜੇਕਰ ਡੀਸੈਂਟਰਲਾਈਜੇਸ਼ਨ ਇਕੋਨਮੀ 'ਚ ਵੀ ਤੁਸੀਂ ਦਿਓਗੇ ਤਾਂ ਸਾਰੀ ਇਕੋਨਮੀ ਦਾ ਇੱਕੋ ਵਾਰ ਭੱਠਾ ਨਹੀਂ ਬੈਠਦਾ। ਤਾਂ ਜਿੱਥੇ ਜਿੱਥੇ ਲੋਕ ਕੰਮ ਕਰਦੇ ਰਹਿਣਗੇ ਉਹ ਤਾਂ ਕਰਦੇ ਰਹਿਣਗੇ ਨਾ। ਹੁਣ ਜੇ ਇੱਕੋ ਢੰਗ ਨਾਲ ਭੱਠਾ ਬਿਠਾਉਣਾ, ਤੁਸੀਂ ਉੱਥੋਂ ਲਾਕਡਾਊਨ ਕਰਤਾ, ਇੱਥੇ ਵੀ ਬਿਠਾਤਾ। ਔਰ ਕੇਰਲਾ ਨੇ ਆਪਣੇ ਤਰੀਕੇ ਦੇ ਨਾਲ ਆਪਣੀ ਸਟੇਟ ਨੂੰ ਵੱਧਦਾ ਹਰ 4 ਕਿਲੋਮੀਟਰ ਬਾਅਦ ਪਿੱਛੇ ਤੇ ਇੱਕ ਹੈਲਥ ਸਿਸਟਮ ਦਾ ਉਹਨਾਂ ਦਾ ਇੱਕ ਨਜ਼ਰੀਆ ਹੈ। ਔਰ ਉਹਨਾਂ ਦੀ ਪੰਚਾਇਤੀ ਰਾਜ ਸਿਸਟਮ ਜ਼ਿਆਦਾ ਸਾਡੇ ਨਾਲੋਂ ਮਜ਼ਬੂਤ ਹੈ। 40% ਬਜਟ ਗ੍ਰਾਮ ਸਭਾਵਾਂ ਜੁੜਦੀਆਂ ਨੇ, 4-4 ਦਿਨ ਗੱਲ ਕਰਦੀਆਂ ਨੇ ਕਿ ਸਾਡੇ ਪਿੰਡ 'ਚ ਆਪਾਂ ਕੀ ਕਰਨਾ ਹੈ। ਆਪਣਾ ਬੁਰਾ ਤੇ ਭਲਾ, ਚਾਹੇ ਅਨਪੜ੍ਹ ਬੰਦਾ ਵੀ ਹੋਵੇ, ਉਹਨੂੰ ਦੇਖਣਾ ਆਉਂਦਾ ਹੁੰਦਾ ਦੂਜੇ ਨਾਲੋਂ ਘੱਟੋ ਘੱਟ ਜ਼ਿਆਦਾ। ਹਾਂ, ਉਹ ਤੁਹਾਡੇ ਤੋਂ ਰਾਏ ਮੰਗ ਸਕਦਾ ਟੈਕਨੀਕਲੀ, ਤੁਸੀਂ ਅਫਸਰ ਤੇ ਮੁਲਾਜ਼ਮ ਉਹਨਾਂ ਨੂੰ ਰਾਏ ਲਈ ਦਿਓ। ਜਿਵੇਂ ਹੁਣ ਇੱਥੇ ਮੰਤਰੀਆਂ ਤੇ ਚੀਫ ਮਿਨਿਸਟਰ ਨੂੰ ਕਿੰਨਾ ਕੁ ਪਤਾ ਹੁੰਦਾ, ਸਭ ਤੋਂ ਪੜ੍ਹੇ ਲਿਖੇ ਬੰਦੇ IAS PCS ਜੇ ਉਹ ਡਿਪਾਰਟਮੈਂਟਾਂ ਦੇ ਹੈੱਡ ਉਹਨਾਂ ਦੀ ਹੈਲਪ ਲਈ ਲੈਣੇ ਹੋਏ ਨੇ ਨਾ, ਸਲਾਹਕਾਰ ਉਹਨਾਂ ਦੇ। ਔਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਉਦੋਂ ਸਾਰੇ ਅਫਸਰ ਬੈਠੇ ਹੁੰਦੇ ਨੇ, ਮੰਤਰੀ ਕਿਤੇ ਫਸ ਜੇ ਤਾਂ ਉਹ ਚਿੱਠੀ ਭੇਜਦਾ ਵੀ ਆਹ ਲਓ ਜੀ, ਆਹ ਜਵਾਬ ਦੇ ਦਿਓ। ਤਾਂ ਪਿੰਡਾਂ ਦੀਆਂ ਪੰਚਾਇਤਾਂ ਲਈ ਵੀ ਆਹ ਜਿਹੜੇ ਕਰਿੰਦੇ ਕਿਉਂ ਨਹੀਂ ਆ ਉਹਨਾਂ ਦੇ ਕੋਲ ਜਾ ਕੇ ਬਹਿੰਦੇ ਵੀ ਜਨਾਬ ਅਸੀਂ ਤੁਹਾਡੀ ਹੈਲਪ ਲਈ ਹੈ। ਉੱਥੇ ਜਾ ਕੇ ਬੌਸ ਕਿਉਂ ਬਣਦੇ ਨੇ, ਉੱਥੇ ਜਾ ਕੇ ਕਿਉਂ ਕਹਿੰਦੇ ਨੇ ਵੀ ਸਰਪੰਚ ਜਿਹੜਾ ਰਿਕਾਰਡ ਦਾ ਝੋਲਾ ਸੈਕਟਰੀ ਦੀ ਜੇਬ 'ਚ ਹੋਏਗਾ। ਜਿਹੜਾ ਰਿਕਾਰਡ ਹੈ ਪੰਚਾਇਤ ਦਾ ਸੈਕਟਰੀ ਰੱਖ ਹੀ ਨਹੀਂ ਸਕਦਾ, ਬਿਲਕੁਲ ਉਹ ਸਰਪੰਚ ਰੱਖ ਸਕਦਾ। ਔਰ ਜੇ ਸੈਕਟਰੀ ਨੇ 2 ਦਿਨ ਵਾਸਤੇ ਪੰਚਾਇਤ ਸਮਿਤੀ ਲਈ ਲਿਜਾਣਾ ਵੀ ਹੋਵੇ ਤਾਂ ਉੱਥੇ ਲਿਖ ਕੇ ਜਾਣਾ ਪਏਗਾ, ਸਰਪੰਚ ਦੀ ਇਜਾਜ਼ਤ ਨਾਲ ਲਿਜਾਣਾ ਪੈਂਦਾ, ਮੁੜ ਕੇ ਉਸੇ ਦਿਨ ਤੱਕ ਰਿਕਾਰਡ ਜਮ੍ਹਾਂ ਕਰਾਉਣਾ ਹੁੰਦਾ। ਇੱਕ ਤੇ ਲਾਗੂ ਹੋ ਰਿਹਾ ਪੰਜਾਬ 'ਚ। ਪਰ ਇੱਕ ਸਵਾਲ ਹੋਰ ਵੀ ਹੈ ਕਿ ਜਿਹੜੀਆਂ ਇਹ ਜਥੇਬੰਦੀਆਂ ਨੇ, ਜਿਵੇਂ ਹੁਣ ਉੜੀਸਾ, ਛੱਤੀਸਗੜ੍ਹ, ਝਾਰਖੰਡ ਵਗੈਰਾ 'ਚ ਜਿਸ ਤਰ੍ਹਾਂ ਆਪਣਾ ਕਬਾਇਲੀ ਜਿਹੜੇ ਉਹਨਾਂ ਦੇ ਸੁਭਾਅ ਵਾਲੀਆਂ ਪੰਚਾਇਤਾਂ ਨੇ ਆਪਣੇ ਹੱਕਾਂ ਲਈ ਜ਼ੋਰ ਮਾਰਿਆ ਤੇ ਉਹਨਾਂ ਨੇ ਸਿੱਧ ਵੀ ਕੀਤਾ। ਉਹਨਾਂ ਦੇ 10,000 ਲੋਕਾਂ 'ਤੇ ਕੇਸ ਦਰਜ ਵੀ ਹੋਏ ਤੇ ਪੰਜਾਬ ਦੂਰ ਤੱਕ ਪੂਰੇ ਭਾਰਤ ਕੀ ਪੂਰੇ ਵਿਸ਼ਵ ਲਈ ਹਾਂ ਦਾ ਨਾਰਾ ਮਾਰਦਾ ਤੇ ਉਹਨਾਂ ਪੰਚਾਇਤਾਂ ਦੀ ਨਕਲ ਚੰਗੇ ਦੀ ਨਕਲ ਕਰ ਲੈਣੀ ਬਣਦੀ ਹੈ। ਉਹਨਾਂ ਦੀ ਨਕਲ ਕਿਉਂ ਨਹੀਂ ਕਰ ਰਿਹਾ? ਤੇ ਸੁਭਾਅ ਤਾਂ ਪੰਜਾਬ ਦਾ ਵੀ ਕਬਾਇਲੀ ਹੋਈ ਹੈ, ਇਹ ਆਪਣੇ ਸਾਧਨਾਂ ਦੀ ਰਾਖੀ ਕਰਨੀ ਕਦੋਂ ਸਿੱਖੇਗਾ? ਤੇ ਦੂਸਰੀ ਗੱਲ, ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਸਰਗਰਮ ਨੇ ਜਿਹੜੀਆਂ ਉੱਥੇ ਤੱਕ ਉੜੀਸਾ, ਛੱਤੀਸਗੜ੍ਹ ਤੱਕ ਸਭ ਨਾਲ ਹਮਦਰਦੀ ਜ਼ਾਹਰ ਕਰਦੀਆਂ ਨੇ, ਕੋਈ ਅਣਹੋਣੀ ਜਦੋਂ ਵਾਪਰਦੀ ਹੈ ਤੇ ਫਿਰ ਉਹ ਜਥੇਬੰਦੀਆਂ ਦਾ ਕੀ ਕਿਤੇ ਉਹਨਾਂ ਦੀ ਵੀ ਕਿਤਾਹੀ ਨਹੀਂ ਹੈ ਕਿ ਇਹਦੇ ਬਾਰੇ ਲਿਟਰੇਸੀ, ਸਾਖਰਤਾ ਪੈਦਾ ਕਰਨ ਲਈ ਸਾਨੂੰ ਲੀਗਲੀ ਲਿਟਰੇਟ ਵੱਧ ਹੋਣਾ ਚਾਹੀਦਾ ਪੰਜਾਬ ਨੂੰ, ਕੇਰਲਾ ਵਾਂਗ। ਜਿਸ ਤਰ੍ਹਾਂ ਕੇਰਲਾ ਵਿੱਚ ਬਹੁਤ ਪੜ੍ਹੇ ਲਿਖੇ ਲੋਕ ਨੇ ਤੇ ਸਾਨੂੰ ਇਹ ਜਿਹੜਾ ਕਾਨੂੰਨ ਹੈ ਇਹਦੇ ਨਾਲ ਪੰਚਾਇਤਾਂ ਨੂੰ ਵੱਧ ਅਧਿਕਾਰਾਂ ਸੰਬੰਧੀ, ਗ੍ਰਾਮ ਸਭਾਵਾਂ ਦੇ ਇਜਲਾਸ ਹੋਣ ਸੰਬੰਧੀ ਤੇ ਇਹਦੇ ਬਾਰੇ ਵੀ ਲਿਟਰੇਸੀ ਬਹੁਤ ਪੈਦਾ ਕਰਨ ਦੀ, ਅਵੇਅਰਨੈਸ ਪੈਦਾ ਕਰਨ ਦੀ ਲੋੜ ਹੈ। ਪਹਿਲਾਂ ਆਗੂਆਂ ਨੂੰ ਆਪਣੇ ਅੰਦਰ ਲਿਟਰੇਸੀ ਪੈਦਾ ਕਰਨ ਦੀ ਲੋੜ ਹੈ। ਔਰ ਮੇਰਾ ਇਹ ਦਾਅਵਾ ਹੈ ਕਿ ਆਗੂਆਂ ਨੇ ਪੰਚਾਇਤੀ ਰਾਜ ਐਕਟ ਨਹੀਂ ਪੜ੍ਹਿਆ, ਜਨਤਕ ਜਥੇਬੰਦੀਆਂ ਤੋਂ ਲੈ ਕੇ ਟ੍ਰੇਡ ਯੂਨੀਅਨਾਂ ਨੇ। ਪੰਜਾਬ ਦਾ ਹੱਥ ਖੜਾ, ਜੇ ਮੈਨੂੰ ਗਾਲਾਂ ਕੱਢ ਕੇ ਕੋਈ ਆ ਜੇ, 10 ਬੰਦੇ ਆ ਜਾਣ, ਮੈਨੂੰ ਬਹੁਤ ਖੁਸ਼ੀ ਹੋਏਗੀ। ਨਹੀਂ, ਤੁਹਾਡੀ ਉਹਨਾਂ ਤੱਕ ਬਹੁਤ ਪਹੁੰਚ ਹੈ। ਤੁਹਾਡੇ ਕੋਲੇ ਹਮੀਰ ਸਿੰਘ ਜੀ, ਮੈਂ ਨਿੱਜੀ ਬੇਨਤੀ ਹੈ ਕਿ ਤੁਹਾਡੇ ਤੱਕ ਉਹ ਸਾਰੇ ਆਉਂਦੇ ਨੇ, ਤੁਹਾਡੇ ਕੋਲੇ ਉਹ ਨਿੱਜੀ ਪਹੁੰਚ ਹੈ ਤੇ ਤੁਸੀਂ ਉਹਨਾਂ ਨੂੰ ਜ਼ਰੂਰ। ਉਹਦਾ ਇੱਕ ਕਾਰਨ ਹੈ, ਮੈਂ ਇਹ ਨਹੀਂ ਕਹਿੰਦਾ, ਉਹਦਾ ਇੱਕ ਕਾਰਨ ਹੈ ਕਿਉਂਕਿ ਜਿਹੜਾ ਬੰਦਾ ਥੋੜ੍ਹੀਆਂ ਜਿਹੀਆਂ ਜਮਾਤਾਂ ਪੜ੍ਹ ਜਾਂਦਾ ਉਹ ਇੱਕ ਹੋਰ ਈਗੋ ਲਈ ਫਿਰਦਾ। ਉਹ ਕਹਿੰਦਾ ਮੈਂ ਲੈਨਨ ਪੜ੍ਹਦਾ, ਮੈਂ ਮਾਰਕਸ ਪੜ੍ਹਦਾ, ਮੈਂ ਸਾਰਤਰ ਪੜ੍ਹਦਾ ਤੇ ਮੈਂ ਅਰਸਤੂ ਪੜ੍ਹਦਾ, ਮੈਂ ਪਲੇਟੋ ਪੜ੍ਹਦਾ, ਮੈਂ ਕੀ ਲੈਣਾ ਪਿੰਡ ਵਾਲੇ ਬੰਦਿਆਂ ਦੀ ਜਿਹੜੀ ਆਹ ਗੱਲ ਪੜ੍ਹ ਕੇ। ਨਹੀਂ, ਕਿਸੇ ਰੋਜ਼ ਉਹਨਾਂ ਨੂੰ ਦੱਸੋ ਵੀ ਕਿਸੇ ਰੋਜ਼ ਘਰ ਵੀ ਰਹਾ ਕਰੋ, ਯੂੰ ਬੇਸਬਬ ਨਾ। ਇਹ ਬਹੁਤ ਜ਼ਰੂਰੀ। ਦੂਜੀ ਗੱਲ, ਮੈਨੂੰ ਇਹ ਲੱਗਦਾ, ਮੇਰੀ ਕਈ ਬੰਦਿਆਂ ਨਾਲ ਗੱਲ ਹੁੰਦੀ ਹੈ, ਉਹਨਾਂ ਦਾ ਇੱਕ ਵਿਚਾਰਧਾਰਕ ਦਿੱਕਤ ਹੈ। ਉਹਨਾਂ ਨੂੰ ਲੱਗਦਾ ਵੀ ਜੇ ਪੰਚਾਇਤੀ ਰਾਜ ਸੰਸਥਾਵਾਂ 'ਚ ਅਸੀਂ ਸਰਗਰਮ ਹੋ ਗਏ
ਤਾਂ ਸਾਡਾ ਜਿਹੜਾ ਇੱਕ ਥਾਟ ਹੈ ਹਥਿਆਰਬੰਦ ਰੈਵੋਲੂਸ਼ਨ ਦਾ, ਹਾਂ, ਉਹ ਡੈਲਿਊਟ ਹੋ ਜਾਏਗਾ। ਅਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ 'ਚ ਆ ਜਾਾਂਗੇ ਤੇ ਸਾਡਾ ਇਹ ਇੱਕ ਹਿੱਚ ਹੈ। ਸਾਡੇ ਤੇ ਦੋਸ਼ ਲੱਗ ਜਾਊਗਾ ਕਿ ਅਸੀਂ ਤਾਂ ਹੁਣ ਇਹਨੂੰ ਸਪੋਰਟ ਮੈਂ ਕਰਨ ਬਹੁਤ ਲੱਗੇ ਬੰਦਿਆਂ ਨੂੰ ਇਹ ਵੀ ਕਹਿਣਾ ਕਿ ਗ੍ਰਾਮ ਸਭਾ ਤਾਂ ਕੋਈ ਚੋਣੀ ਨਹੀਂ, ਇਹ ਕੋਈ ਚੋਣ ਪ੍ਰੋਸੈਸ ਨਹੀਂ, ਇਹ ਤਾਂ ਇਹ ਤਾਂ ਚੋਣਾਂ ਦਾ ਹੈ ਹੀ ਨਹੀਂ। ਲੋਕਾਂ ਦਾ ਘੱਟੋ ਘੱਟ ਉਹਨੇ ਤੇ ਕੰਮ ਕਰ ਲਓ, ਜੀ, ਗ੍ਰਾਮ ਸਭਾ ਦੀ ਸੰਸਥਾ ਤੇ ਕੰਮ ਕਰ ਲਓ, ਪਿੰਡਾਂ ਦੀ ਸੰਗਤ ਆ ਉੱਥੇ। ਫਿਰ ਵੀ ਲੋਕਾਂ ਦੀਆਂ ਕਮੇਟੀਆਂ ਹੀ ਬਣਾਉਣੀਆਂ ਨੇ ਨਾ, ਇੱਕ ਕਮੇਟੀ ਤੁਹਾਨੂੰ ਸੰਵਿਧਾਨ ਨੇ ਦਿੱਤੀ ਹੈ। ਪਰ ਨਾਲ ਨਾਲ ਮੈਂ ਦੂਜੀ ਗੱਲ ਇਹ ਵੀ ਕਹਿੰਦਾ ਕਿ ਉਸੇ ਸੋਚ ਨੂੰ ਅਪਣਾਏ ਜਿਹੜੇ ਬੰਦੇ ਟ੍ਰੇਡ ਯੂਨੀਅਨਾਂ 'ਚ ਨੇ, ਜਿਹੜੇ ਜਨਤਕ ਜਥੇਬੰਦੀਆਂ 'ਚ ਨੇ, ਉਹਨਾਂ ਦੇ ਖਿਲਾਫ ਇੱਕ ਗਵਰਨਮੈਂਟ ਦਾ ਫੈਸਲਾ ਆ ਜੇ, ਉਹ ਹਾਈ ਕੋਰਟ ਦਾ ਸਹਾਰਾ ਲੈਂਦੇ ਨੇ, ਉਹ ਕਾਨੂੰਨ ਦਾ ਸਹਾਰਾ ਲੈਂਦੇ ਨੇ, ਆਪਣੀ ਬਹਾਲੀ ਲਈ ਕਾਨੂੰਨ ਦਾ ਸਹਾਰਾ ਲੈਂਦੇ ਨੇ। ਕਿਰਪਾ ਕਰਕੇ ਇਸੇ ਮੁਲਕ ਦੇ ਕਾਨੂੰਨ ਦਾ ਸਹਾਰਾ ਲੈਂਦੇ ਆ ਆਪਾਂ, ਤੇ ਜੇ ਦੇ ਬਣਾਏ ਹੋਏ ਕਾਨੂੰਨ ਬਿਲਕੁਲ, ਤਾਂ ਫਿਰ ਆਮ ਪਬਲਿਕ ਦੇ ਵੀ ਹਿੱਤ ਦੇ ਵਿੱਚ ਜਿਹੜੇ ਉਹ ਕਾਨੂੰਨ ਜਾਂਦੇ ਨੇ, ਉਹਨਾਂ ਨੂੰ ਵੀ ਉਹਦਾ ਫਾਇਦਾ ਦਿਵਾਉਣ 'ਚ ਅਗਵਾਈ ਕਰੋ। ਬਿਲਕੁਲ, ਅਗਵਾਈ ਇਹ ਬਹੁਤ ਜ਼ਰੂਰਤ ਹੈ ਇਸ ਕੰਮ ਦੀ ਵੀ। ਬਾਕੀ ਵੱਡਾ ਇਨਕਲਾਬ ਆਪਣੇ ਆਪਣੇ ਤਰੀਕੇ ਨਾਲ ਕਰਦੇ ਰਹੋ, ਪਰ ਰੋਜ਼ਮर्रा ਦੀ ਜਿਹੜੀ ਜ਼ਿੰਦਗੀ ਹੈ ਬਹੁਤ ਵੱਡੀ, ਜੇ ਸੰਗਤ ਜੁੜਨ ਲੱਗੀ, ਇਨਕਲਾਬ ਵੀ ਤਾਂ ਹੀ ਆਉਣਾ ਹੈ। ਜੇ ਸੰਗਤ ਨਾਲ ਜੁੜਨ ਲਈ, ਜੇ ਉਹ ਬੈਠਣ ਨਾ ਲੱਗੇ, ਆਪਣੇ ਪਿੰਡ ਦਾ ਭਲਾ ਬੁਰਾ ਨਾ ਸੋਚ, ਪਿੰਡ ਧੜਿਆਂ 'ਚ ਵੰਡਿਆ ਪਿਆ, ਪਾਰਟੀਆਂ 'ਚ ਇੱਕ ਪਾਰਟੀ ਦੇ ਤਿੰਨ ਧੜੇ ਪਏ ਨੇ, ਅਸੀਂ ਕਿਹਦੇ 'ਚੋਂ ਕਰਾਂਗੇ ਇਨਕਲਾਬ? ਮਤਲਬ ਉਹਨਾਂ ਨੂੰ ਜੋੜਨਾ ਪਹਿਲਾਂ ਕਿ ਤੁਸੀਂ ਸੱਥ 'ਚ ਬੈਠੋ, ਪਿੰਡ ਐਜ ਏ ਇਕਾਈ ਇਹ ਬਚਾਉਣਾ ਪਹਿਲਾਂ ਸਾਰਿਆਂ ਨੇ, ਫਿਰ ਉਹਦੇ ਜਿਹੜੇ ਬਖਰੇਵੇਂ ਨੇ ਉਹ ਦੂਰ ਕਰਨੇ ਨੇ। ਉਸ ਦੇ ਵਿੱਚ ਉਹਦੇ 'ਚ ਦਲਿਤ ਦਾ ਜਿਹੜਾ ਹਿੱਸਾ ਬੈਠ ਕੇ ਆਪਸ 'ਚ ਕਿਉਂ ਨਹੀਂ ਦਿੰਦੇ, ਜਿਹੜਾ ਔਰਤ ਦਾ ਹਿੱਸਾ ਆਪਸ 'ਚ ਬੈਠ ਕੇ ਕਿਉਂ ਨਹੀਂ ਦਿੰਦੇ, ਜਿਹੜਾ ਬਾਕੀ ਲੋਕਾਂ ਦੇ ਨਾਲ ਇਨਸਾਫ ਹੈ, ਪਿੰਡ 'ਚ ਇਨਸਾਫ ਕਰਨ ਲੱਗੋ, ਤੁਹਾਡਾ ਇਨਸਾਫ ਸਟੇਟ ਤੱਕ ਚਲਾ ਜਾਏਗਾ। ਇਨਸਾਫ ਉਦੋਂ ਵੱਡੇ ਪੱਧਰ 'ਤੇ ਵੀ, ਫਿਰ ਜਦੋਂ ਲੋਕਾਂ ਨੂੰ ਤੁਸੀਂ ਇਨਸਾਫ ਪਸੰਦ ਬਣਾ ਦਿੰਦੇ ਹੋ ਤਾਂ ਉਹਨੂੰ ਕਿਤੇ ਵੀ ਹੋਣ ਵਾਲੀ ਬੇਇਨਸਾਫੀ ਰੜਕਣ ਲੱਗ ਜਾਂਦੀ ਹੈ, ਤਾਂ ਉਹ ਫਿਰ ਉੱਠਣਾ ਸ਼ੁਰੂ ਕਰ ਦਿੰਦਾ। ਲੋਕਾਂ ਨੂੰ ਪਹਿਲਾਂ ਉੱਥੇ ਇਨਸਾਫ ਪਸੰਦ ਬਣਾਉਣ ਦਾ ਕੁਐਸਚਨ, ਇਨਸਾਫ ਪਸੰਦ ਤੋਂ ਇਲਾਵਾ ਫਿਰ ਇਸ ਤਰ੍ਹਾਂ ਸਮਰੱਥ ਵੀ ਬਣਦੇ ਲੋਕ। ਆਪੀ ਸਮਰੱਥ, ਇਨਸਾਫ ਪਸੰਦ ਦਾ ਮਤਲਬ ਇੱਕ ਭਾਵਨਾ ਆ ਗਈ ਤੇ ਤੁਹਾਡੇ ਕੋਲ ਇੱਕ ਗਿਆਨ ਆ ਗਿਆ, ਦੋ ਗੱਲਾਂ ਜੁੜ ਗਈਆਂ, ਤੁਹਾਡੇ 'ਚ ਜਜ਼ਬਾ ਪੈਦਾ ਹੋ ਜਾਂਦਾ ਕਿ ਮੈਂ ਇਹਦੇ ਖਿਲਾਫ ਲੜਨਾ। ਲੋਕਾਂ ਨੇ ਤਿਆਗ ਤਾਂ ਪਹਿਲਾਂ ਵੀ ਕੀਤਾ ਹੀ ਹੈ, ਕੁਰਬਾਨੀਆਂ ਪਹਿਲਾਂ ਵੀ ਕੀਤੀਆਂ ਹੀ ਨੇ, ਤੇ ਉਹ ਹੁਣ ਵੀ ਕਰ ਦੇਣਗੇ। ਐਸੀ ਕੋਈ ਗੱਲ ਨਹੀਂ ਕਿ ਲੋਕ ਕੁਰਬਾਨੀ ਨਹੀਂ ਕਰਨ ਲਈ ਤਿਆਰ। ਤੇ ਜਿਹੜੇ ਕਬਾਇਲੀ ਲੋਕ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਾ, ਸਾਡੀਆਂ ਗੌਰਮੈਂਟਾਂ ਤੇ ਸੋ ਕਾਲਡ ਬੁੱਧੀਜੀਵੀ, ਕਿ ਅਸੀਂ ਤੁਹਾਨੂੰ ਜ਼ਿੰਦਗੀ ਜਿਉਣੀ ਸਿਖਾਉਣੀ ਹੈ, ਮੈਨੂੰ ਲੱਗਦਾ ਉਹਨਾਂ ਨੂੰ ਜ਼ਿੰਦਗੀ ਜਿਉਣੀ ਸਾਡੇ ਨਾਲੋਂ ਕਈ ਪੱਖਾਂ ਤੋਂ ਜ਼ਿਆਦਾ ਆਉਂਦੀ ਹੈ। ਉਹ ਕਿਉਂਕਿ ਨੇਚਰ ਦੇ ਬਹੁਤ ਕਲੋਜ਼ ਨੇ, ਕੁਦਰਤ ਦੇ ਨੇੜੇ ਨੇ, ਉਹਨਾਂ ਨੂੰ ਪਤਾ ਵੀ ਸਾਡੀ ਜ਼ਿੰਦਗੀ ਇਹਦੇ ਨਾਲ ਇੱਕਮਿਕ ਹੋ ਕੇ ਹੀ ਜਿਉਣ 'ਚ ਹੈ, ਸਾਡੀ ਜ਼ਿੰਦਗੀ ਇਹਨੂੰ ਬਰਬਾਦ ਕਰਕੇ ਨਹੀਂ ਹੈ। ਆ ਬਰਬਾਦ ਕਰਕੇ ਤਾਂ ਕਰੋਨਾ ਆ ਰਿਹਾ, ਬਰਬਾਦ ਕਰਕੇ ਤਾਂ ਸਭ ਕੁਝ ਆ ਰਿਹਾ, ਤੁਹਾਡੇ ਸਾਹਮਣੇ ਹੈ। ਇਹ ਵਿਜ਼ਡਮ ਫਿਰ ਉਹਨਾਂ ਕੋਲ ਹੈ ਜਾਂ ਵਿਜ਼ਡਮ ਉਹਨਾਂ ਕੋਲ ਹੈ? ਔਰ ਪਿਛਲੇ ਦਿਨਾਂ 'ਚ ਬਰਨਾਲੇ BKU ਡਕੌਂਦਾ ਵਾਲਿਆਂ ਨੇ ਇੱਕ 2-3 ਸਾਲ ਹੋ ਗਏ ਇੱਕ ਕਰਾਇਆ ਸੀ ਸੈਮੀਨਾਰ 2 ਦਿਨ ਦਾ, ਮੈਂ ਵੀ ਉੱਥੇ ਗਿਆ ਸੀ। ਤੇ ਕਈ ਇੱਕ ਬੀਬੀ ਮੱਧ ਪ੍ਰਦੇਸ਼ 'ਚੋਂ ਟਰਾਈਬਲ ਕਿਸਾਨ ਆਈ ਹੋਈ ਸੀ, ਅੱਛਾ, ਕਬਾਇਲੀ। ਅਸੀਂ ਬੋਲੇ, ਸੁੱਚਾ ਸਿੰਘ ਗਿੱਲ ਬੋਲੇ, ਪ੍ਰੋਫੈਸਰ ਮੈਂ ਬੋਲਿਆ, ਹੋਰ। ਉਹ ਬੀਬੀ ਨੇ ਬਾਅਦ 'ਚ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਤੁਸੀਂ ਕਿਹੜੀ ਖੇਤੀ ਦੀ ਗੱਲ ਕਰ ਰਹੇ ਹੋ, ਕੀ ਬੋਲ ਰਹੇ ਹੋ। ਤੇ ਸਾਡੇ ਤਾਂ ਇਹੋ ਜਿਹਾ ਖੇਤੀ ਦਾ ਸਿਸਟਮ ਹੀ ਨਹੀਂ, ਕਿਉਂਕਿ ਅਸੀਂ ਤਾਂ ਜੋ ਪੰਜਾਬ 'ਚ ਖੇਤੀ ਹੈ, ਸਾਡਾ ਤਾਂ ਪੰਜਾਬ ਦੀ ਖੇਤੀ ਨਾਲ ਸੰਬੰਧਿਤ ਹੈ, ਜਿਹੋ ਜਿਹਾ ਮਾਡਲ। ਉਹ ਕਹਿੰਦੇ ਸਾਡੇ ਤਾਂ ਮੰਡੀ ਲਈ ਖੇਤੀ ਹੋਣੀ ਹੁੰਦੀ ਭਾਈ ਸਾਹਿਬ, ਸਾਡੇ ਖੇਤੀ ਆਪਣੇ ਜਿਉਂਦੇ ਰਹਿਣ ਲਈ ਹੁੰਦੀ ਹੈ, ਮਾਰਕੀਟ ਲਈ ਸਾਡੇ ਕੋਈ ਖੇਤੀ ਨਹੀਂ। ਉਹ ਵੀ ਤਾਂ ਕਿਸਾਨ ਹੈ, ਉਹ ਕਿਸਾਨ ਲਈ ਤੁਹਾਡੇ ਕੋਲ ਕੀ ਅਲਟਰਨੇਟਿਵ? ਤੁਸੀਂ ਇਹ ਗੱਲ ਕਰੋ। ਉਹ ਕਹਿੰਦੀ ਮੈਂ ਕਹਿ ਕੂਕੇ, ਕਿਉਂਕਿ ਮੈਂ ਪੜ੍ਹ ਲਿਖ ਕੇ ਗਈ ਸੀ ਵੀ ਕਬੈਲੀਆਂ 'ਚ ਕੰਮ ਕਰਨਾ ਹੈ, ਉਹਨਾਂ ਦੇ ਬੱਚੇ ਸਕੂਲ ਚਲਾਤੇ ਕਾਫੀ। ਔਰ ਕੁਝ ਦੇਰ ਬਾਅਦ ਹੀ ਉਹ ਮਾਵਾਂ ਕਹਿਣ ਲੱਗੀਆਂ ਵੀ ਤੂੰ ਤਾਂ ਕਹਿੰਦੀ ਸੀ ਉੱਥੇ ਗਿਆਨ ਵੰਡਦੇ ਨੇ, ਇਹ ਤਾਂ ਅਗਿਆਨੀ ਹੋ ਕੇ ਆ ਰਹੇ ਨੇ ਮੇਰੇ ਜਵਾਕ, ਇਹਨਾਂ ਨੂੰ ਤਾਂ ਆਉਂਦਾ ਹੀ ਕੁਛ ਨਹੀਂ ਉਹ ਜ਼ਿੰਦਗੀ ਦੇ ਨੇੜੇ ਦਾ। ਕਹਿੰਦੀ ਉਹਨਾਂ ਦਾ ਨਜ਼ਰੀਆ ਤੁਹਾਡੇ ਬਾਰੇ ਇਹ ਹੈ, ਕਿਉਂਕਿ ਉਹ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਨੇ, ਉਹ ਆਮ ਲੋੜਾਂ ਤੋਂ ਦੂਰ, ਬੰਦੇ ਦੇ ਭਾਈਚਾਰੇ ਤੋਂ ਦੂਰ। ਅੱਜ ਜਦੋਂ ਇੱਕ ਡਾਕਟਰ ਨਾਲ ਰੇਪ ਦੀ ਘਟਨਾ ਸਾਹਮਣੇ ਆਈ ਹੈ, 2 ਕੁੜੀਆਂ ਆਈਆਂ ਸੀ ਟੀਵੀ ਦੇ, ਟਰਾਈਬਲ 'ਚੋਂ, ਇੱਕ ਡਾਕਟਰ ਆ ਤੇ ਇੱਕ ਇੰਜੀਨੀਅਰ ਸੀ। ਉਹਨਾਂ ਨੇ ਇਹ ਕਿਹਾ ਵੀ ਆ ਜੈਂਡਰ ਦਾ ਕੁਐਸਚਨ, ਬਾਕੀ ਅਸੀਂ ਤਾਂ ਤੁਹਾਡੇ 'ਚ ਆ ਕੇ ਦਿੱਲੀ ਸਿੱਖਿਆ ਸੀ, ਜਿਹੜੇ ਕਬੈਲੀ ਏਰੀਏ 'ਚ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿਵੇਂ ਪੈਦਾ ਪਲੇ ਆ, ਸਾਨੂੰ ਇਹ ਗੱਲ ਹੀ ਨਹੀਂ ਸੀ ਪਤਾ, ਸ਼ਬਦ ਹੀ ਨਹੀਂ ਸੀ ਸੁਣਿਆ ਕਦੇ, ਕਿਸ ਤਰੀਕੇ ਦੇ ਨਾਲ ਤੁਸੀਂ ਕੀ ਕਰ ਰਹੇ ਹੋ। ਤੇ ਬਹੁਤ ਚੀਜ਼ਾਂ ਅਸੀਂ ਕ੍ਰੀਏਟ ਕੀਤੀਆਂ ਨੇ, ਸੋ ਕਾਲਡ ਇਸ ਸੁਸਾਇਟੀ ਨੇ ਉਹਨਾਂ ਦੇ ਗਲ ਪਾ ਰਹੀਆਂ ਨੇ, ਆਧੁਨਿਕੀਕਰਨ। ਇਹ ਠੀਕ ਹੈ ਕਿ ਬਹੁਤ ਚੀਜ਼ਾਂ ਵਿਕਾਸ ਦੇ ਦੌਰ ਦੇ ਵਿੱਚ ਜਦੋਂ ਵਿਗਿਆਨ ਅੱਗੇ ਵੱਧਦਾ, ਕਾਫੀ ਚੀਜ਼ਾਂ ਉਹਦੇ 'ਚ ਵੀ ਚੰਗੀਆਂ ਹੋਣਗੀਆਂ, ਪਰ ਪੁਰਾਣੇ 'ਚ ਸਭ ਚੀਜ਼ਾਂ ਮਾੜੀਆਂ ਨਹੀਂ ਹੈ। ਉਹਨਾਂ ਤੋਂ ਵੀ ਸਿੱਖਣ ਦਾ ਸਵਾਲ ਹੈ, ਸਭ ਕੁਝ ਕਿਤੇ ਸੰਤੁਲਨ ਬਣਾਉਣ ਦਾ ਸਵਾਲ ਜੀ, ਬਿਲਕੁਲ। ਉਸੇ ਤੋਂ ਹੀ ਮੈਨੂੰ ਲੱਗਦਾ ਹੈ ਕਬਾਇਲੀਆਂ ਤੋਂ ਗ੍ਰਾਮ ਸਭਾ ਬਾਰੇ, ਜਲ ਜੰਗਲ ਜ਼ਮੀਨ ਦੇ ਬਾਰੇ, ਮੋਹ ਪਿਆਰ ਬਾਰੇ, ਉਹਦੇ ਨਾਲ ਵਾਤਾਵਰਨ ਬਾਰੇ, ਭਾਈਚਾਰਕ ਸਾਂਝ ਬਾਰੇ ਇੱਕ ਸਿੱਖਣ ਦੀ ਲੋੜ ਹੈ। ਔਰ ਉਹ ਸਿੱਖਣ 'ਚ ਅਸੀਂ ਕੋਈ ਹੀਣੇ ਨਹੀਂ ਹੋ ਜਾਵਾਂਗੇ, ਸਿੱਖਣਾ ਤਾਂ ਕਿਸੇ ਵੀ ਬੰਦੇ ਤੋਂ ਸਿੱਖਿਆ ਜਾ ਸਕਦਾ। ਔਰ ਇਸ ਪਾਸੇ ਵੱਲ ਪੰਜਾਬੀਆਂ ਨੂੰ ਖਾਸ ਤੌਰ 'ਤੇ ਸੋਚਣ ਦੀ ਲੋੜ ਹੈ। ਪੰਜਾਬ ਤਾਂ ਬਸਣਾ, ਜੇ ਪਿੰਡ ਉਜੜ ਗਏ ਤਾਂ ਬਸਣੇ ਸ਼ਹਿਰ ਬਣੇ, ਤੇ ਜੇ ਸ਼ਹਿਰ ਨਾ ਬਸੇ, ਪਿੰਡ ਨਾ ਬਸੇ, ਤਾਂ ਪੰਜਾਬ ਵੀ ਉਜੜ ਜਾਏਗਾ। ਪੰਜਾਬ ਉਜੜਦਾ ਤਾਂ ਦੇਸ਼ ਦਾ ਵੀ ਜੋ ਹਾਲ ਹੋਏਗਾ ਸਭ ਦੇ ਸਾਹਮਣੇ ਹੈ, ਇਹਦਾ ਕੋਈ ਗੱਲ ਨਹੀਂ ਹੈ। ਕਿਉਂਕਿ ਪੰਜਾਬ ਅੱਜ ਵੀ ਦੇਸ਼ ਦੀ
ਨੂੰ ਖਵਾਉਣ ਪਿਲਾਉਣ ਦੇ ਵਿੱਚ, ਢਿੱਡ ਭਰਨ ਦੇ ਵਿੱਚ ਤੇ ਸਾਰੀਆਂ ਕਸਰ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਪਾਸੇ ਸੋਚਣ ਦਾ ਸਵਾਲ ਹੈ। ਕਰੋਨਾ ਤੋਂ ਬਾਅਦ ਨਵੀਂ ਵਿਉਂਤਬੰਦੀ ਦੀ ਲੋੜ ਹੈ, ਪਿੰਡ ਨੂੰ ਦੁਬਾਰਾ ਖੜਾ ਕਰਨ ਦੀ ਲੋੜ ਹੈ, ਪਿੰਡ ਦੇ ਭਾਈਚਾਰੇ ਨੂੰ, ਪਿੰਡ ਦੀਆਂ ਸੰਸਥਾਵਾਂ ਨੂੰ ਤਾਕਤ ਦੇਣ ਦੀ ਲੋੜ ਹੈ। ਜਿਹੜੀਆਂ ਨਹੀਂ ਦਿੱਤੀਆਂ ਗਈਆਂ ਉਹਨੂੰ ਹੁਣ ਦੇ ਦਿਓ ਜੇਕਰ ਭਵਿੱਖ ਦੇ ਵਿੱਚ ਹੈ। ਇਕੱਲਾ ਮੈਨੂੰ ਲੱਗਦਾ ਪਰ ਇਹ 'ਤੇ ਉਮੀਦ ਨਹੀਂ ਕਿ ਉਹ ਦੇ ਦੇਣਗੇ। ਇਹਦੇ ਲਈ ਜਿਨ੍ਹਾਂ ਦੀਆਂ ਤਾਕਤਾਂ ਲੈਣੀਆਂ ਨੇ ਉਹਨਾਂ ਨੂੰ ਵੀ ਸੁਚੇਤ ਹੋ ਕੇ ਲੜਨਾ ਪੈਣਾ, ਇਹ ਤੋਂ ਬਿਨਾਂ ਕੋਈ ਤਾਕਤ ਜੀ। ਪਿੰਡ ਜਿਉਂਦਾ ਹੈ ਤਾਂ ਸ਼ਹਿਰ ਵੀ ਜਿਉਂਦਾ ਰਹੇਗਾ, ਪਿੰਡ ਜਿਉਂਦਾ ਹੈ ਤਾਂ ਪਿੰਡ ਤੋਂ, ਸ਼ਹਿਰ ਤੋਂ ਭਾਰ ਘਟੇਗਾ। ਅਰਬੇਨਾਈਜੇਸ਼ਨ ਜਿਹੜੀ ਵੱਧ ਰਹੀ ਹੈ ਲਗਾਤਾਰ, ਸ਼ਹਿਰ ਦਾ ਜੋ ਸਰੂਪ ਹੈ ਵੈਸੇ ਤਾਂ ਨਿਖਰਿਆ ਹੀ ਨਹੀਂ ਕਦੀ। ਸ਼ਹਿਰ ਕੋਈ ਇੱਕ ਤਰ੍ਹਾਂ ਕੋਈ ਉਹਦਾ ਫਾਰਮੈਟ ਨਹੀਂ ਕਦੀ ਵੀ ਹਲੇ ਵੀ ਭਾਰਤ ਵਿੱਚ ਉਵੇਂ ਸਾਹਮਣੇ ਆਇਆ ਆਮ ਸ਼ਹਿਰਾਂ ਦਾ। ਅਤੇ ਇਹ ਸਰੂਪ ਵੀ ਤਾਂ ਹੀ ਸੰਵਰ ਸਕਦਾ, ਸੁਧਰ ਸਕਦਾ ਜੇ ਪਿੰਡ ਜਿਉਂਦਾ ਹੈ, ਪਿੰਡ ਵਸਦਾ ਹੈ, ਭਾਈਚਾਰਕ ਸਾਂਝ ਜਿਉਂਦੀ ਹੈ। ਅਤੇ ਇਹ ਸਿੱਖਣਾ ਬਣਦਾ ਸਾਨੂੰ ਸਾਰਿਆਂ ਤੋਂ, ਸਾਨੂੰ ਉਹਨਾਂ ਸੂਬਿਆਂ ਤੋਂ ਵੀ ਸਿੱਖਣਾ ਬਣਦਾ ਜਿੱਥੇ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਮਜ਼ਬੂਤ ਨੇ। ਅਤੇ ਪੰਜਾਬ ਨੂੰ ਆਪਣਾ ਪਿੰਡ ਬਚਾਉਣ ਲਈ ਉੱਠਣਾ ਹੀ ਪਏਗਾ। ਪੰਚਾਂ ਸਰਪੰਚਾਂ ਨੂੰ ਜੁੜਨਾ ਪਏਗਾ, ਲੋਕਾਂ ਦੀ ਸੁਣਨੀ ਪਏਗੀ ਪੰਚਾਂ ਸਰਪੰਚਾਂ ਨੂੰ, ਲੋਕ ਸ਼ਕਤੀ ਦੀ, ਅਤੇ ਤਾਂ ਹੀ ਪੰਚ ਪਰਮੇਸ਼ਰ ਕਹਾ ਸਕਣਗੇ। ਹਮੀਰ ਸਿੰਘ ਜੀ, ਇਸ ਵਿਸਥਾਰਤ ਗੱਲਬਾਤ ਲਈ ਅਤੇ ਪੰਚਾਇਤ ਦਿਵਸ ਸੰਬੰਧੀ ਸਾਰਾ ਕੁਝ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ। TV ਪੰਜਾਬ ਵੱਲੋਂ ਵੀ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।